Today, today it's about prayer. ਅੱਜ ਪ੍ਰਾਰਥਨਾ ਦੇ ਬਾਰੇ ਚ ਕਰਾਂਗਾ। Prayer should be an integral part of every Christian. ਹਰ ਮਸੀਹ ਦਾ ਜਿਹੜਾ ਹੈਗਾ ਨਿੱਜੀ ਜੀਵਨ ਜਿਹੜਾ ਹੈਗਾ ਪ੍ਰਾਰਥਨਾ ਨਾਲ ਭਰਿਆ ਹੋਣਾ ਚਾਹੀਦਾ। So how do you describe a life of prayer? ਤੇ ਕਿਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈਗਾ ਕਿ ਇੱਕ ਜੀਵਨ ਪ੍ਰਾਰਥਨਾ ਦੇ ਅੰਦਰ ਬੀਤਦਾ ਹੋਇਆ। Charles Stanley in one of his messages said like this. ਚਾਰਲਸ ਸਟੈਨਲੀ ਨੇ ਇੱਕ ਵਾਰ ਪ੍ਰਚਾਰ ਇਸ ਤਰ੍ਹਾਂ ਕੀਤਾ। He said it's like the door which swings two ways. ਜਿਸ ਤਰ੍ਹਾਂ ਬੂਹਾ ਹੁੰਦਾ ਹੈਗਾ ਦੋਨੋਂ ਪਾਸੇ ਮੁੜਦਾ ਹੈਗਾ। The door swings towards you, the Lord comes to you meeting your deepest needs. ਜੇ ਬੂਹਾ ਤੁਹਾਡੇ ਪਾਸੇ ਆਇਆ ਹੈਗਾ ਤੇ ਪਰਮੇਸ਼ਵਰ ਤੁਹਾਡੇ ਕੋਲ ਆਏ ਹੈਗੇ ਔਰ ਤੁਹਾਡੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰਨ। However, the door swings the other way. ਜੇ ਬੂਹਾ ਦੂਜੇ ਪਾਸੇ ਮੁੜਦਾ ਹੈਗਾ You push it open and draw near to God. ਉਹਨੂੰ ਤੁਸੀਂ ਜਿਹੜਾ ਹੈਗਾ ਦਬਾ ਕੇ ਜਿਹੜਾ ਹੈਗਾ ਪਰਮੇਸ਼ਵਰ ਦੇ ਨਿਕਟ ਜਾਓ। You want to keep this door open always and live in a life of prayer. ਇਹ ਦਰਵਾਜ਼ਾ ਜਿਹੜਾ ਹੈਗਾ ਹਮੇਸ਼ਾ ਖੁੱਲਾ ਰਹਿਣਾ ਚਾਹੀਦਾ ਆਪਣੇ ਜੀਵਨ ਦੇ ਅੰਦਰ ਪ੍ਰਾਰਥਨਾ ਦੇ ਨਾਲ। You know, these days instead of prayer becoming something that we do every day, ਅੱਜ ਕੱਲ੍ਹ ਜਿਹੜਾ ਹੈਗਾ ਪ੍ਰਾਰਥਨਾ ਜਿਹੜੀ ਅਸੀਂ ਹਰ ਰੋਜ਼ ਕਰਨੀ ਚਾਹੀਦੀ ਹੈਗੀ ਉਹਦੇ ਬਨਸਪਤ like breathing, eating and walking and talking, ਜਿਸ ਤਰ੍ਹਾਂ ਅਸੀਂ ਸਾਹ ਲੈਂਦੇ ਹੈਗੇ ਹਾਂ ਚਲਦੇ ਹੈਗੇ ਹਾਂ ਗੱਲ ਕਰਦੇ ਹਾਂ। it is like that small glass box you see in workplaces. ਜਿਸ ਤਰ੍ਹਾਂ ਇੱਕ ਗਲਾਸ ਦਾ ਇੱਕ ਬਾਕਸ ਹੁੰਦਾ ਹੈਗਾ ਕੰਮ ਦੇ ਉੱਤੇ ਉਸ ਤਰ੍ਹਾਂ ਬਣ ਗਿਆ ਹੈ Break it in case of emergency. ਕਿ ਉਹਨੂੰ ਤੋੜੋ ਜੇ ਐਮਰਜੈਂਸੀ ਹੈਗੀ ਹੈ ਤੇ। It is true that we often associate prayer with crisis in our lives. ਅਸੀਂ ਜਿਹੜਾ ਹੈਗਾ ਪ੍ਰਾਰਥਨਾ ਨੂੰ ਇਸਤੇਮਾਲ ਕਰ ਰਹੇ ਹਾਂ ਜਿਸ ਤਰ੍ਹਾਂ ਕਦੋਂ ਕੋਈ ਆਪਾਤਕਾਲੀਨ ਸਥਿਤੀ ਆਏ ਸਾਡੇ ਜੀਵਨ 'ਚ। I heard the story the other day. ਮੈਂ ਇੱਕ ਕਹਾਣੀ ਸੁਣੀ। A man encountered a little bit of trouble when he was flying his plane. ਜਦੋਂ ਇੱਕ ਆਦਮੀ ਜਿਹੜਾ ਹੈਗਾ ਆਪਣਾ ਪਲੇਨ ਉਡਾ ਰਿਹਾ ਸੀ ਤੇ ਉਹਨੂੰ ਕੋਈ ਮੁਸ਼ਕਿਲ ਆਈ। He called the tower and said, "Pilot to tower, I'm 300 miles from the airport." ਉਹਨੇ ਕਿਹਾ ਪਾਇਲਟ ਨੇ ਜਿਹੜਾ ਹੈਗਾ ਟਾਵਰ ਨੂੰ ਕਿਹਾ ਪਾਇਲਟ ਟੂ ਟਾਵਰ ਮੈਂ 300 ਮੀਲ ਜਿਹੜਾ ਹੈਗਾ ਦੂਰ ਹੈਗਾ 600 feet above the ground. 600 ਫੁੱਟ ਜਿਹੜਾ ਹੈਗਾ ਉੱਪਰ ਉੱਡ ਰਿਹਾ And I'm out of fuel. ਔਰ ਮੇਰੇ ਵਿੱਚ ਕੋਈ ਜਿਹੜਾ ਹੈਗਾ ਫਿਊਲ ਨਹੀਂ ਹੈਗਾ। I'm descending rapidly, please advise. ਕਿ ਮੈਂ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈਗਾ ਦੱਸੋ ਕੀ ਕਰਨਾ। Then the tower replied to the pilot, ਤੇ ਟਾਵਰ ਨੇ ਜਿਹੜਾ ਹੈਗਾ ਉੱਤਰ ਦਿੱਤਾ Repeat after me. ਮੇਰੇ ਪਿੱਛੇ ਦੁਹਰਾਓ। Our Father which art in heaven. ਸਾਡੇ ਪਿਤਾ ਪ੍ਰਾਰਥਨਾ ਕਰਾਉਣ ਲੱਗਿਆ ਉਹਨੂੰ। You see, like this pilot, our prayer to God mostly is during crisis, when there is a problem in our lives. ਇਸ ਪਾਇਲਟ ਵਕਨ ਜਿਹੜਾ ਹੈਗਾ ਜਦੋਂ ਸਾਡੇ ਜੀਵਨ ਦੇ ਅੰਦਰ ਵੀ ਕੋਈ ਮੁਸ਼ਕਿਲ ਆਉਂਦੀ ਹੈਗੀ ਹੈ ਸਿਰਫ ਉਸੇ ਵੇਲੇ ਅਸੀਂ ਪ੍ਰਾਰਥਨਾ ਕਰਨੇ ਆ। Prayer is an untapped resource for many of us. ਸਾਡੇ ਵਾਸਤੇ ਜਿਹੜਾ ਹੈਗਾ ਇਹ ਇੱਕ ਇਹੋ ਜਿਹਾ ਰਿਸੋਰਸ ਹੈਗਾ ਜਿਹਨੂੰ ਅਸੀਂ ਕਦੀ ਵੀ ਜਿਹੜਾ ਹੈਗਾ ਇਸਤੇਮਾਲ ਨਹੀਂ ਕਰਦੇ। An unexplored continent. ਇੱਕ ਇਸ ਤਰ੍ਹਾਂ ਦਾ ਟਾਪੂ ਹੈਗਾ ਜਿਹਨੂੰ ਅਸੀਂ ਕਦੀ ਗਏ ਨਹੀਂ। An untold treasure which needs to be unearthed. ਇੱਕ ਬਹੁਮੁੱਲੇ ਚੀਜ਼ ਹੈਗੀ ਹੈ ਜਿਹੜੀ ਅਸੀਂ ਜਿਹੜਾ ਹੈਗਾ ਸਾਨੂੰ ਖੋਜਣਾ ਚਾਹੀਦਾ ਹੈਗਾ। It is talked about more than anything else. ਇਹਦੇ ਬਾਰੇ ਸਭ ਤੋਂ ਜ਼ਿਆਦਾ ਗੱਲ ਕੀਤੀ ਗਈ ਹੈ। But practice less than anything else. ਲੇਕਿਨ ਬਾਕੀ ਸਭ ਚੀਜ਼ਾਂ ਤੋਂ ਘੱਟ ਜਿਹੜਾ ਇਸਤੇਮਾਲ ਕਰਨੇ ਆ ਅਸੀਂ। Yet for the child of God, this is one of the greatest gifts given by God after salvation. ਲੇਕਿਨ ਪਰਮੇਸ਼ਵਰ ਦੇ ਧੀ ਸੰਤਾਨਾਂ ਵਾਸਤੇ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਜਿਹੜਾ ਹੈਗਾ ਤੋਹਫਾ ਜਿਹੜਾ ਹੈਗਾ ਦਿੱਤਾ ਗਿਆ ਹੈ ਸੈਲਵੇਸ਼ਨ ਦੇ ਬਾਅਦ। In 1952, 1952 ਚ Albert Einstein was giving a lecture in Princeton University. ਆਲਬਰਟ ਆਇਨਸਟਾਈਨ ਜਿਹੜਾ ਹੈਗਾ ਇੱਕ ਲੈਕਚਰ ਦੇ ਰਿਹਾ ਹੈਗਾ ਸੀ ਪ੍ਰਿੰਸਟਨ ਯੂਨੀਵਰਸਿਟੀ ਚ। A doctoral student asked this scientist, ਇੱਕ ਜਿਹੜਾ ਹੈਗਾ ਸਟੂਡੈਂਟ ਜਿਹੜਾ ਹੈ ਉਹਨੇ ਇਹ ਸਵਾਲ ਪੁੱਛਿਆ what is left in the world for original dissertation or study research? ਕਿ ਦੁਨੀਆ ਦੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਹੈਗੀ ਹੈ ਜਿਹੜੀ ਰਹਿ ਗਈ ਹੈ ਜਿਹਦਾ ਅਸੀਂ ਕੁਝ ਅਵਿਸ਼ਕਾਰ ਕਰ ਸਕੀਏ। The scientist replied, ਤੇ ਉਹ ਸਾਇੰਟਿਸਟ ਨੇ ਇਸ ਤਰ੍ਹਾਂ ਉੱਤਰ ਦਿੱਤਾ। Einstein replied, ਆਇਨਸਟਾਈਨ ਨੇ ਇਸ ਤਰ੍ਹਾਂ ਕਿਹਾ find out about prayer. Somebody must find out about prayer. ਕੋਈ ਜਿਹੜਾ ਹੈਗਾ ਕਿਸੇ ਨੂੰ ਲੱਭਣਾ ਪਏਗਾ ਪ੍ਰਾਰਥਨਾ ਕੀ ਹੁੰਦੀ ਹੈ। Unfortunately, we don't know if Einstein himself did some research on prayer. ਸਾਨੂੰ ਇਹ ਨਹੀਂ ਪਤਾ ਕਿ ਆਇਨਸਟਾਈਨ ਨੇ ਖੁਦ ਨੇ ਜਿਹੜਾ ਹੈਗਾ ਪ੍ਰਾਰਥਨਾ ਦੇ ਉੱਤੇ ਕੁਝ ਖੋਜ ਕੀਤੀ ਜਾਂ ਨਹੀਂ ਕੀਤੀ। Paul was somebody who understood prayer and its power. ਕੋਈ ਜੇ ਤੁਸੀਂ ਜਿਹੜਾ ਹੈਗਾ ਪ੍ਰਾਰਥਨਾ ਦੇ ਪਿੱਛੇ ਜਿਹੜੀ ਉਹਦਾ ਸਾਮਰਥ ਹੈਗਾ ਜੋ ਅਸੀਂ ਉਹਨੂੰ ਸਮਝ ਜਾਓ ਤੇ Prayer was part of Paul's life. ਪੌਲਸ ਦੇ ਜੀਵਨ ਦੇ ਅੰਦਰ ਜਿਹੜਾ ਹੈਗਾ ਬਹੁਤ ਵੱਡਾ ਅੰਸ਼ ਹੈਗਾ ਸੀ ਪ੍ਰਾਰਥਨਾ ਦਾ। And he took it for granted that it will be part of every Christian's life. ਔਰ ਇਹ ਚੀਜ਼ ਸਮਝਦਾ ਹੈਗਾ ਸੀ ਕਿ ਹਰ ਮਸੀਹ ਦੇ ਜੀਵਨ ਦੇ ਅੰਦਰ ਇੱਕ ਬਹੁਤ ਵੱਡਾ ਅੰਸ਼ ਹੋਏਗਾ ਪ੍ਰਾਰਥਨਾ ਦਾ। You really can't be a good Christian and not pray.
ਤੁਸੀਂ ਅੱਛੇ ਮਸੀਹੀ ਹੋਣ ਦੇ ਨਾਤੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਪ੍ਰਾਰਥਨਾ ਨਾ ਕਰੋ। Just like a good marriage, you cannot have a good marriage with the spouse not talking to each other. ਉਸੇ ਤਰ੍ਹਾਂ ਜਿਸ ਤਰ੍ਹਾਂ ਜੇ ਸਪੋਜ਼ ਕਰ ਲਓ ਕੋਈ ਵਿਆਹੇ ਹੋਏ ਹੈਗੇ ਨੇ ਆਪਸ ਵਿੱਚ ਗੱਲ ਨਹੀਂ ਕਰਦੇ ਤੇ ਉਹ ਅੱਛੀ ਸ਼ਾਦੀ ਨਹੀਂ ਮੰਨੀ ਜਾਏਗੀ। You can be a Christian and not pray, ਤੁਸੀਂ ਮਸੀਹ ਹੋ ਕੇ ਵੀ ਜਿਹੜਾ ਹੈਗਾ ਪ੍ਰਾਰਥਨਾ ਹੋ ਸਕਦਾ ਨਾ ਕਰੋ। just like you can be married and not talk to your wife or husband. ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸ਼ਾਦੀ ਹੋਈ ਹੈ ਲੇਕਿਨ ਤੁਸੀਂ ਆਪਣੀ ਪਤੀ ਜਾਂ ਪਤਨੀ ਦੇ ਨਾਲ ਗੱਲ ਨਹੀਂ ਕਰਦੇ। In both cases, you will be miserable. ਇਹ ਦੋਨੋਂ ਚੀਜ਼ਾਂ ਦੇ ਅੰਦਰ ਜਿਹੜਾ ਹੈਗਾ ਤੁਸੀਂ ਬੜੇ ਹੀ ਦੁਖਦ ਰਹੋਗੇ। Prayer is the pipeline of communication with God. ਪ੍ਰਾਰਥਨਾ ਜਿਹੜੀ ਹੈਗੀ ਹੈ ਪਰਮੇਸ਼ਵਰ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਹੈਗਾ ਜ਼ਰੀਆ ਹੈ। The title today, ਅੱਜ ਦਾ ਸ਼ੀਰਸ਼ਕ Prayer in the Life of a Christian. ਪ੍ਰਾਰਥਨਾ ਇੱਕ ਮਸੀਹੀ ਜੀਵਨ ਦੇ ਅੰਦਰ। I'm going to talk about 4 points. ਮੈਂ 4 ਗੱਲਾਂ ਕਰਾਂਗਾ। Number 1, ਪਹਿਲੀ, prayer should be with persistence. ਪ੍ਰਾਰਥਨਾ ਜਿਹੜੀ ਹੈਗੀ ਹੈ ਲਗਾਤਾਰ ਨਿਰੰਤਰ ਹੋਣੀ ਚਾਹੀਦੀ ਹੈ। Colossians 4:2, the Bible says, ਕਲੋਸੀਆਂ 4:2 ਚ ਲਿਖਿਆ ਹੈ, continue in prayer and watch in the same with thanksgiving. प्रार्थना में लगे रहो और धन्यवाद के साथ उसमें जागृत रहो। The word continue is a complex Greek word. एक कंटिन्यू लफ्ज़ ਜਿਹੜਾ ਹੈਗਾ ਇੱਕ ਮੁਸ਼ਕਿਲ ਲਫ਼ਜ਼ ਹੈਗਾ ਯੂਨਾਨੀ ਭਾਸ਼ਾ 'ਚ। It means with steadfastness, ਇਹਦਾ ਹੈ ਕਿ ਜੁਟ ਕੇ, with diligence, ਪੂਰੇ ਤੀਵਰ ਇੱਛਾ ਦੇ ਨਾਲ, remain devoted to it. ਕਿ ਉਹਦੇ ਨਾਲ ਲੱਗੇ ਰਹੋ ਤੁਸੀਂ। It carries the idea of dedication. ਇਹ ਦਿਖਾਉਂਦਾ ਹੈ ਕਿ ਤੁਹਾਡੇ 'ਚ ਕਿੰਨੀ ਡੈਡੀਕੇਸ਼ਨ ਹੈਗੀ ਹੈ। It has been used 10 times in the New Testament. ਨਵੇਂ ਨਿਯਮ ਦੇ ਅੰਦਰ 10 ਵਾਰ ਇਹਦਾ ਇਸਤੇਮਾਲ ਹੋਇਆ। 4 times it has been used in reference to prayer. 4 ਵਾਰ ਜਿਹੜਾ ਹੈਗਾ ਪ੍ਰਾਰਥਨਾ ਦੇ ਬਨਸਪਤ ਕਿਹਾ ਗਿਆ ਹੈਗਾ। It is a very powerful word. ਬਹੁਤ ਸ਼ਕਤੀਸ਼ਾਲੀ ਲਫ਼ਜ਼ ਹੈਗਾ। It comes with it like a command. ਇੱਕ ਆਦੇਸ਼ ਵਾਕਨ ਆਉਂਦਾ ਹੈਗਾ। In other words, persistence in prayer is not an option for a Christian, but it is a command of the Lord. ਪ੍ਰਾਰਥਨਾ ਦੇ ਅੰਦਰ ਜਿਹੜਾ ਹੈਗਾ ਲਗੇ ਰਹਿਣਾ ਜਿਹੜਾ ਹੈਗਾ ਇੱਕ ਆਦੇਸ਼ ਹੈਗਾ ਪਰਮੇਸ਼ਵਰ ਦਾ। Two of the most educational parables that Lord Jesus Christ gave on prayer. 2 ਦ੍ਰਿਸ਼ਟਾਂਤ ਹੈਗੇ ਜਿਨ੍ਹਾਂ ਦੇ ਅੰਦਰ ਸਭ ਤੋਂ ਜ਼ਿਆਦਾ ਸਮਝ ਬੂਝ ਹੈਗੀ ਸੀ ਜੋ ਪ੍ਰਭੂ ਯਿਸੂ ਨੇ ਦਿੱਤੇ। One in Luke 11 and one in Luke 18. ਇੱਕ ਲੂਕਾ 11 ਔਰ ਇੱਕ ਲੂਕਾ 18 ਚ ਹੈਗਾ। Teaches us the heart of God regarding prayer. ਇਹ ਸਾਨੂੰ ਸਿੱਖਿਆ ਦਿੰਦਾ ਹੈਗਾ ਪਰਮੇਸ਼ਵਰ ਦਾ ਦਿਲ ਕਿੱਥੇ ਹੈਗਾ ਪ੍ਰਾਰਥਨਾ ਦੇ ਬਾਰੇ ਚ। Let us see Luke 11:9. ਅਸੀਂ ਲੂਕਾ 11:9 ਚ ਦੇਖਦੇ ਹਾਂ। Here it comes with a promise. ਇੱਥੇ ਜਿਹੜਾ ਹੈਗਾ ਇੱਕ ਵਾਅਦਾ ਹੈਗਾ। And I say unto you, ask and it shall be given you, seek and you shall find, knock and it shall be open to you. और मैं तुमसे कहता हूँ मांगते रहो और तुम्हें दिया जाएगा, खोजते रहो और तुम पाओगे, खटखटाते रहो और वह तुम्हारे लिए खोला जाएगा। The Hindi translation is exactly right. It is a present continuous tense. It says ask means keep persisting when you are asking. When you knock, keep persistence in the knocking. And when you ask for it to, when you seek, keep persistence in seeking. ਹਿੰਦੀ ਅਨੁਵਾਦ ਬਿਲਕੁਲ ਸਹੀ ਕੀਤਾ ਗਿਆ ਹੈਗਾ ਕਿ ਵੀ ਇੱਕ ਵਾਰ ਮੰਗਣ ਵਾਸਤੇ, ਇੱਕ ਵਾਰ ਖਟਖਟਾਉਣ ਵਾਸਤੇ ਨਹੀਂ ਕਿਹਾ, ਇਹ ਕਿਹਾ ਹੈ ਕਿ ਬਾਰ-ਬਾਰ ਕਰਦੇ ਰਹੋ। And Luke 18:1 says, ਲੂਕਾ 18:1 ਚ ਲਿਖਿਆ ਹੈ, and he spake a parable unto them to this end, that men ought always to pray and not faint. फिर उसने इसके विषय में कि नित्य प्रार्थना करना और हियाव ना छोड़ना चाहिए, उनको यह दृष्टांत कहा। Lord Jesus does not want us to give up in prayer. ਪ੍ਰਭੂ ਯਿਸੂ ਇਹ ਨਹੀਂ ਚਾਹੁੰਦੇ ਕਿ ਅਸੀਂ ਜਿਹੜੇ ਪ੍ਰਾਰਥਨਾ 'ਚ ਜਿਹੜਾ ਥੱਕ ਹਾਰ ਕੇ ਛੱਡ ਦਈਏ। He instructs us to be persistent. ਉਹ ਸਾਨੂੰ ਜਿਹੜਾ ਹੈਗਾ ਕਹਿੰਦੇ ਹੈਗੇ ਕਿ ਅਸੀਂ ਬਾਰ-ਬਾਰ ਕਰਦੇ ਰਹੀਏ। There's a difference between persistent prayer and a long prayer. ਇੱਕ ਲੰਬੀ ਪ੍ਰਾਰਥਨਾ ਔਰ ਬਾਰ-ਬਾਰ ਦੁਹਰਾਣੇ ਵਾਲੀ ਜਿਹੜੀ ਪ੍ਰਾਰਥਨਾ 'ਚ ਅੰਤਰ ਹੈ। A person who is persistent does not need to pray for a long time. ਜਿਹੜਾ ਇਨਸਾਨ ਜਿਹੜਾ ਹੈਗਾ ਪ੍ਰਾਰਥਨਾ ਕਰਦਾ ਰਹਿੰਦਾ, ਨਿਰੰਤਰ ਕਰਦਾ ਰਹਿੰਦਾ, ਉਹਨੂੰ ਲੰਬੀ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਹੈ। Persistence means not giving up. ਇਹ ਲਫ਼ਜ਼ ਦਾ ਅਰਥ ਹੈਗਾ ਕਿ ਤੁਸੀਂ ਛੱਡ ਨਾ ਦਿਓ ਉਹਨੂੰ। George Muller had 4 friends. ਜਾਰਜ ਮੁਲਰ ਦੇ 4 ਦੋਸਤ ਸੀ। He was praying for their salvation. ਉਹਨਾਂ ਦੇ ਜਿਹੜੇ ਹੈਗੇ ਸੈਲਵੇਸ਼ਨ ਵਾਸਤੇ ਪ੍ਰਾਰਥਨਾ ਕਰਦਾ ਸੀ। 3 of them got saved when he was alive. ਜਦੋਂ ਉਹ ਜ਼ਿੰਦਾ ਹੈਗਾ ਸੀ ਤੇ ਉਹ 3 ਜਿਹੜੇ ਹੈਗੇ ਦੋਸਤ ਜਿਹੜੇ ਹੈਗੇ ਉਹਨਾਂ ਨੇ ਪ੍ਰਭੂ ਯਿਸੂ ਨੂੰ ਗ੍ਰਹਿਣ ਕੀਤਾ। But the last one, he prayed for 60 years. ਆਖਰੀ ਦੋਸਤ ਜਿਹੜਾ ਹੈਗਾ 60 ਸਾਲ ਉਹਨੇ ਪ੍ਰਾਰਥਨਾ ਕੀਤੀ ਉਹਦੇ ਵਾਸਤੇ। He got saved after George Muller died.
ਉਹ ਜਿਹੜਾ ਹੈਗਾ ਬਚਾਇਆ ਗਿਆ ਜਦੋਂ ਜਾਰਜ ਬੂਲਰ ਦੀ ਮ੍ਰਿਤਿੂ ਹੋ ਗਈ। You see, persistence with God always pays benefit. ਪਰਮੇਸ਼ਵਰ ਦੇ ਨਾਲ ਨਿਰੰਤਰ ਪ੍ਰਾਰਥਨਾ ਕਰਦੇ ਰਹਿਣਾ ਜਿਹੜਾ ਹੈਗਾ ਹਮੇਸ਼ਾ ਮੁਨਾਫੇ ਦਾ ਕੰਮ ਰਹਿੰਦਾ। Some people give up easily. ਕਈ ਲੋਕੀ ਜਿਹੜਾ ਹੈਗਾ ਛੱਡ ਦਿੰਦੇ ਕਿ ਬੜੀ ਆਸਾਨੀ ਨਾਲ। They quit because they don't feel like praying. ਉਹ ਉਹਨੂੰ ਛੱਡ ਦਿੰਦੇ ਕਿਉਂਕਿ ਉਹਨਾਂ ਦਾ ਦਿਲ ਨਹੀਂ ਕਰਦਾ ਪ੍ਰਾਰਥਨਾ The ਕਰਨ ਦਾ। joy is gone. ਉਹ ਹਰਸ਼ ਜਿਹੜਾ ਹੈਗਾ ਚਲਾ ਜਾਂਦਾ ਹੈ। The feeling is gone. ਉਹ ਜਿਹੜੀ ਫੀਲਿੰਗ ਹੈਗੀ ਉਹ ਖਤਮ ਹੋ ਜਾਂਦੀ ਹੈ। I saw one cartoon one day. ਮੈਂ ਇੱਕ ਕਾਰਟੂਨ ਦੇਖਿਆ ਇੱਕ ਦਿਨ, A child is speaking to God. ਇੱਕ ਬੱਚਾ ਪਰਮੇਸ਼ਵਰ ਨਾਲ ਗੱਲ ਕਰ ਰਿਹਾ। He's saying, I am been praying for so long, ਉਹ ਕਹਿੰਦਾ ਹੈ ਬੱਚਾ ਕਿ ਮੈਂ ਬੜੇ ਦੇਰ ਤੱਕ ਪ੍ਰਾਰਥਨਾ ਕਰ ਰਿਹਾ, but Aunt Ingrid is not married. ਬਟ ਆਂਟ ਇਨਗ੍ਰਿਡ ਜਿਹੜੀ ਹੈ ਉਹਦੀ ਸ਼ਾਦੀ ਨਹੀਂ ਹੋਈ। My dad's hair is not stopped falling. ਮੇਰੇ ਪਿਤਾ ਦੇ ਵਾਲ ਜਿਹੜੇ ਹੈਗੇ ਉਹ ਝੜਦੇ ਹੀ ਜਾ ਰਹੇ ਨੇ। I don't know how long I have to pray for this family. ਮੈਨੂੰ ਨਹੀਂ ਪਤਾ ਕਿ ਇਸ ਪਰਿਵਾਰ ਵਾਸਤੇ ਕਿੰਨੀ ਪ੍ਰਾਰਥਨਾ ਕਰਨੀ ਪੈਣੀ ਮੈਨੂੰ। You see, people lose the joy of prayer. ਲੋਕੀ ਜਿਹੜਾ ਹੈਗਾ ਹਰਸ਼ ਜਿਹੜਾ ਹੈਗਾ ਪ੍ਰਾਰਥਨਾ ਦੇ ਅੰਦਰ ਜਿਹੜਾ ਆਉਂਦਾ ਹੈਗਾ ਉਹਨੂੰ ਗਵਾਚ ਦਿੰਦੇ ਨੇ। But we have not to live by our feelings, but by obedience to the commandments of the Lord. ਸਾਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਉਹਦੇ ਉੱਤੇ ਆਧਾਰਿਤ ਨਹੀਂ ਕਰਨਾ ਆਪਣਾ ਜੀਵਨ, ਲੇਕਿਨ ਜੋ ਆਦੇਸ਼ ਦਿੱਤੇ ਗਏ ਪਰਮੇਸ਼ਵਰ ਦੇ ਵਚਨ ਦੇ ਅੰਦਰ ਉਹਨਾਂ ਦੇ ਉੱਤੇ ਆਧਾਰ ਕਰਨਾ। George Muller, one of the greatest prayer warriors, said like this. ਜਾਰਜ ਮੁਲਰ ਜਿਹੜਾ ਬਹੁਤ ਅੱਛਾ ਜਿਹੜਾ ਹੈਗਾ ਪ੍ਰਾਰਥਨਾ ਕਰਨ ਵਾਲਾ ਹੈਗਾ ਸੀ, ਉਹਨੇ ਇਸ ਤਰ੍ਹਾਂ ਕਿਹਾ, It's a common temptation of Satan to make us give up the reading of the word and prayer when our enjoyment is gone. ਇਹ ਜਿਹੜਾ ਹੈਗਾ ਸ਼ੈਤਾਨ ਜਿਹੜਾ ਹੈਗਾ ਉਹਦੀ ਇਹ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਜਦੋਂ ਸਾਡਾ ਹਰਸ਼ ਜਿਹੜਾ ਹੈਗਾ ਚਲਾ ਜਾਂਦਾ ਹੈਗਾ ਤੇ ਉਹ ਸਾਨੂੰ ਪਰਮੇਸ਼ਵਰ ਦਾ ਵਚਨ ਪੜ੍ਹਨ ਨੂੰ ਔਰ ਪ੍ਰਾਰਥਨਾ ਕਰਨ ਤੋਂ ਹਟਾਉਂਦਾ ਹੈ। As if it were no use to read the scriptures when we don't enjoy them. ਕਿ ਬਈ ਉਹ ਇਸ ਤਰ੍ਹਾਂ ਦਰਸਾਉਂਦਾ ਹੈਗਾ ਕਿ ਬਈ ਜਦੋਂ ਹਰਸ਼ ਨਹੀਂ ਹੈਗਾ ਜਾਂ ਮਜ਼ਾ ਨਹੀਂ ਆ ਰਿਹਾ ਪੜ੍ਹਨ ਦਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ। And if there was no, as if it was no use to pray when we have no spirit or the joy of prayer. ਕਿ ਵੀ ਪ੍ਰਾਰਥਨਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਤੁਹਾਡੇ ਅੰਦਰ ਜਿਹੜਾ ਹੈਗਾ ਰੂਹ ਜਿਹੜੀ ਕਿ ਪ੍ਰਾਰਥਨਾ ਦੀ ਜਾਂ ਹਰਸ਼ ਨਹੀਂ ਹੈਗਾ ਤੁਹਾਡੇ ਅੰਦਰ। But the truth is this, ਸੱਚਾਈ ਇਹ ਹੈ that in order to enjoy the word, we ought to continue to read it. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਪ੍ਰਸੰਨ ਹੋਣਾ ਉਹਦੇ ਨਾਲ ਤਾਂ ਹੁੰਦਾ ਹੈਗਾ ਜਦੋਂ ਤੁਸੀਂ ਉਹਨੂੰ ਬਾਰ-ਬਾਰ ਪੜ੍ਹਦੇ ਰਹੋ। The way to obtain the joy in prayer is to continue praying. ਪ੍ਰਾਰਥਨਾ ਦੇ ਅੰਦਰ ਜਿਹੜਾ ਹੈਗਾ ਹਰਸ਼ ਪ੍ਰਾਪਤ ਕਰਨਾ ਹੈਗਾ ਤਦ ਆਂਦਾ ਹੈਗਾ ਜਦੋਂ ਤੁਸੀਂ ਨਿਰੰਤਰ ਕਰਦੇ ਰਹੋ। The less we read God's word, the less we desire for it. ਜਿੰਨਾ ਘੱਟ ਪੜਾਂਗੇ ਅਸੀਂ ਪਰਮੇਸ਼ਵਰ ਦਾ ਵਚਨ ਉਨੀ ਘੱਟ ਇੱਛਾ ਹੋਏਗੀ ਕਿ ਅਸੀਂ ਪੜ੍ਹੀਏ। The less we pray, the less we desire to pray. ਜਿੰਨਾ ਘੱਟ ਅਸੀਂ ਪ੍ਰਾਰਥਨਾ ਕਰਾਂਗੇ ਉਨੀ ਇੱਛਾ ਵੀ ਘੱਟ ਜਾਏਗੀ ਕਿ ਪ੍ਰਾਰਥਨਾ ਕਰੀਏ। Prayer should be persistence. ਪ੍ਰਾਰਥਨਾ ਜਿਹੜੀ ਹੈਗੀ ਹੈ ਨਿਰੰਤਰ ਹੋਣੀ ਚਾਹੀਦੀ ਹੈ। Because you don't know, you may be praying for a long time and nothing may be happening. ਹੋ ਸਕਦਾ ਤੁਸੀਂ ਬੜੀ ਦੇਰ ਤੱਕ ਜਿਹੜਾ ਹੈਗਾ ਪ੍ਰਾਰਥਨਾ ਕਰ ਰਹੇ ਹੈਗੇ ਹੋ ਕੁਝ ਵੀ ਨਹੀਂ ਹੋਇਆ। But God will always remember our prayers. That's what the Bible says. ਬਾਈਬਲ ਦੇ ਅੰਦਰ ਲਿਖਿਆ ਹੈ ਕਿ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਹਮੇਸ਼ਾ ਯਾਦ ਰੱਖਦੇ। So we have to persist in prayer. ਸਾਨੂੰ ਨਿਰੰਤਰ ਲੱਗੇ ਰਹਿਣਾ ਹੈਗਾ ਪ੍ਰਾਰਥਨਾ 'ਚ। The second thing about prayer in the life of a Christian, it is this, that the prayer should be with passion. ਦੂਜੀ ਚੀਜ਼ ਜਿਹੜੀ ਹੈਗੀ ਹੈ ਕਿ ਪ੍ਰਾਰਥਨਾ ਇੱਕ ਮਸੀਹੀ ਦੇ ਜੀਵਨ ਦੇ ਅੰਦਰ ਕੀ ਹੈਗਾ ਕਿ ਉਹ ਇੱਕ ਤੀਵਰ ਇੱਛਾ ਦੇ ਨਾਲ ਹੋਣੀ ਚਾਹੀਦੀ ਹੈ। If you are persistent in something, ਜੇ ਤੁਸੀਂ ਨਿਰੰਤਰ ਲੱਗੇ ਹੋਏ ਹੋ ਕਿਸੇ ਵੀ ਚੀਜ਼ ਦੇ ਅੰਦਰ, it logically follows that you are passionate about it. ਉਹਦੇ ਨਾਲ ਜਿਹੜਾ ਹੈਗਾ ਸਮਝ ਇਹੀ ਆਉਂਦਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਤੁਹਾਡੀ ਤੀਵਰ ਇੱਛਾ ਹੈਗੀ ਹੈ ਉਸ ਚੀਜ਼ ਦੇ ਬਾਰੇ 'ਚ। Paul says in many places that we should be vigilant and watchful in our prayer. ਪੌਲਸ ਨੇ ਜਿਹੜਾ ਹੈਗਾ ਬੜੀ ਜਗ੍ਹਾ ਲਿਖਿਆ ਹੈਗਾ ਕਿ ਸਾਨੂੰ ਸਤਰਕ ਰਹਿਣਾ ਚਾਹੀਦਾ ਹੈਗਾ ਪ੍ਰਾਰਥਨਾ ਦੇ ਅੰਦਰ। Lord Jesus is a great example of prayer life. ਪ੍ਰਭੂ ਯਿਸੂ ਦਾ ਜੀਵਨ ਜਿਹੜਾ ਹੈਗਾ ਬਹੁਤ ਅੱਛਾ ਉਦਾਹਰਣ ਹੈਗਾ ਹੈ ਕਿ ਪ੍ਰਾਰਥਨਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ। He was always praying. ਉਹ ਹਮੇਸ਼ਾ ਪ੍ਰਾਰਥਨਾ ਕਰਦੇ ਸੀ। It meant a lot to him. ਉਹਨਾਂ ਦੇ ਵਾਸਤੇ ਬਹੁਤ ਮੁੱਲ ਜ਼ਿਆਦਾ ਸੀ ਉਹਦਾ। It was a regular habit. ਨਿਰੰਤਰ ਕਰਦੇ ਸੀ ਉਹ। In every situation he resorted to prayer. ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਅੰਦਰ ਜਿਹੜਾ ਹੈਗਾ ਉਹ ਪ੍ਰਾਰਥਨਾ ਦੇ ਉੱਤੇ ਹੀ ਨਿਰਭਰ ਕਰਦੇ ਸੀ। When there was difficulty, he prayed. ਜਦੋਂ ਕੋਈ ਮੁਸ਼ਕਿਲ ਆਂਦੀ ਸੀ ਤਾਂ ਪ੍ਰਾਰਥਨਾ ਕਰਦੇ ਸੀ। When he was hungry for fellowship, he found it in prayer. ਜਦੋਂ ਜਿਹੜਾ ਹੈਗਾ ਸਹਿਭਾਗਿਤਾ ਚਾਹੁੰਦੇ ਹੈਗੇ ਸੀ ਤੇ ਉਹ ਵੀ ਜਿਹੜਾ ਪ੍ਰਾਰਥਨਾ 'ਚ ਮਿਲਦੀ ਸੀ। When he chose his apostles, he was in prayer. ਜਦੋਂ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਚੁਣਿਆ ਤਾਂ ਵੀ ਪ੍ਰਾਰਥਨਾ 'ਚ ਕੀਤਾ। If tempted, he prayed.
ਜੇ ਉਹ ਲੁਭੋਵਿਤ ਹੋਏ ਤਾਂ ਵੀ ਉਹਨਾਂ ਨੇ ਪ੍ਰਾਰਥਨਾ ਕੀਤੀ If he was criticized, he prayed. ਜੇ ਉਹਨਾਂ ਨੂੰ ਜਿਹੜਾ ਹੈਗਾ ਬੁਰਾ ਭਲਾ ਕਿਹਾ ਗਿਆ ਤਾਂ ਵੀ ਉਹਨਾਂ ਨੇ ਪ੍ਰਾਰਥਨਾ If ਕੀਤੀ he was fatigued in his body, he prayed. ਜੇ ਸਰੀਰ ਦੇ ਅੰਦਰ ਜਿਹੜਾ ਹੈਗਾ ਥੱਕ ਗਏ ਤਾਂ ਵੀ ਪ੍ਰਾਰਥਨਾ ਕੀਤੀ Prayer brought him the fellowship back into the fellowship. Not that it was off, but it brought him into this, this secure fellowship with the Father. ਪ੍ਰਾਰਥਨਾ ਕਰਨ ਦੇ ਨਾਲ ਜਿਹੜਾ ਹੈਗਾ ਪਿਤਾ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਇੱਕ ਸਹਿਭਾਗਿਤਾ ਸਪੈਸ਼ਲ ਤਰ੍ਹਾਂ ਦੀ ਉਹਨਾਂ ਦੇ ਨਾਲ ਹੋਈ There was no emergency, ਕੋਈ ਆਪਾਤਕਾਲੀਨ ਵੀ ਨਹੀਂ ਹੈਗਾ ਸੀ no difficulty, ਮੁਸ਼ਕਿਲ ਨਹੀਂ ਸੀ ਕੋਈ no necessity, ਕੋਈ ਜ਼ਰੂਰਤ ਨਹੀਂ ਸੀ no temptation that would not have yielded to prayer. ਕੋਈ ਵੀ ਆਵਾਜੀ ਜਿਹੜੀ ਕਿ ਲੁਭੋਵਿਤ ਚੀਜ਼ ਨਹੀਂ ਹੈਗੀ ਸੀ ਜੋ ਪ੍ਰਾਰਥਨਾ ਦੇ ਸਾਹਮਣੇ ਜਿੱਤ ਪਾਉਂਦੀ As opposed to today's Christians, ਔਰ ਅੱਜ ਕੱਲ੍ਹ ਜਿਹੜਾ ਹੈਗਾ ਮਸੀਹੀ when we are stressed, we want to, meet friends and have a party or go to watch TV or we do many things, different things except pray. ਅਸੀਂ ਜਦੋਂ ਸਟ੍ਰੈਸ ਹੁੰਦੇ ਹੈਗੇ ਆ ਤਾਂ ਅਸੀਂ ਜਿਹੜਾ ਹੈਗਾ ਪਾਰਟੀ ਕਰਨਾ ਚਾਹੁੰਦੇ ਹੈਗੇ ਆ ਲੋਕਾਂ ਨਾਲ ਮਿਲਣਾ ਚਾਹੁੰਦੇ ਆ ਹੋਰ ਚੀਜ਼ਾਂ ਕਰਨਾ ਚਾਹੁੰਦੇ ਆ ਪ੍ਰਾਰਥਨਾ ਨਹੀਂ He always, prayer was his passion. ਪ੍ਰਭੂ ਯਿਸੂ ਦਾ ਜਿਹੜਾ ਹੈਗਾ ਤੀਵਰ ਇੱਛਾ ਜਿਹੜੀ ਹੈਗੀ ਸੀ ਉਹ ਪ੍ਰਾਰਥਨਾ ਦੀ ਔਰ ਸੀ I'll give you some examples in Luke 3:21. ਲੂਕਾ 3:21 ਚ ਇੱਕ ਉਦਾਹਰਣ ਹੈ It was during his baptism. ਬਪਤਿਸਮਾ ਦੇ ਸਮੇਂ It came to pass that Jesus also being baptized and praying, the heaven was opened. जब सब लोगों ने बपतिस्मा लिया और यीशु भी बपतिस्मा लेकर प्रार्थना कर रहा था तो आकाश खुल गया We always, when we read, we may miss this. ਅਸੀਂ ਜਦੋਂ ਪੜ੍ਹਨੇ ਆ ਹੋ ਸਕਦਾ ਹੈ ਨਾ ਧਿਆਨ ਦਈਏ In Luke 6:12, before he called his disciples, it says, and it came to pass in those days that he went out into a mountain to pray and continued all night in prayer to God. ਲੂਕਾ 6:12 ਦੇ ਅੰਦਰ ਸ਼ਾगिर्दां ਨੂੰ ਚੁਣਨ ਤੋਂ ਪਹਿਲਾਂ ਇਹ ਕਿਹਾ ਗਿਆ ਹੈ और उन दिनों में वह पहाड़ पर प्रार्थना करने को निकला और परमेश्वर से प्रार्थना करने में सारी रात बिताई Passionate prayer gives us direction. ਤੀਵਰ ਇੱਛਾ ਦੀ ਕੀਤੀ ਹੋਈ ਪ੍ਰਾਰਥਨਾ ਜਿਹੜੀ ਹੈਗੀ ਸਾਨੂੰ ਦਿਸ਼ਾ ਦਿਖਾਉਂਦੀ ਹੈ You see, in Luke 9:29, ਲੂਕਾ 9:29 ਚ ਲਿਖਿਆ ਹੈ he took Peter, John and James and went up to the mountain to pray. ਉਹਨਾਂ ਨੇ ਜਿਹੜਾ ਹੈਗਾ ਆਪਣੇ ਸ਼ਾਗਿਰਦਾਂ ਨੂੰ ਜਿਹੜਾ ਹੈਗਾ ਪੀਟਰ ਜੌਨ ਜੇਮਸ ਨੂੰ ਲੈ ਕੇ ਪਹਾੜ ਦੇ ਉੱਤੇ ਪ੍ਰਾਰਥਨਾ ਕਰਨ ਗਏ His countenance was altered. ਉਹਨਾਂ ਦਾ ਜੋ ਰੂਪ ਜਿਹੜਾ ਹੈਗਾ ਬਦਲ ਗਿਆ In John 17, it's a full chapter of his prayer. ਯੋਹੰਨਾ 17 ਦੇ ਅੰਦਰ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ ਅਧਿਆਇ ਲਿਖਿਆ ਗਿਆ ਹੈਗਾ ਪ੍ਰਾਰਥਨਾ ਦੇ ਬਾਰੇ How he interceded for you and for me. ਕਿਸ ਤਰ੍ਹਾਂ ਉਹਨਾਂ ਨੇ ਪ੍ਰਾਰਥਨਾ ਕੀਤੀ ਤੁਹਾਡੇ ਔਰ ਮੇਰੇ ਵਾਸਤੇ Matthew 26:39, ਮਤੀ 26:39 Garden of Gethsemane, he was praying to the Father. ਉਹ ਜਿਹੜਾ ਹੈਗਾ ਬਗੀਚਾ ਜਿਹੜਾ ਹੈਗਾ ਸੀ ਗੈਥਸੇਮਨੇ ਦੇ ਅੰਦਰ ਪਿਤਾ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦੇ ਪਏ ਸੀ Luke 23:34, on the cross, he prayed to the Father. ਲੂਕਾ 23:34 ਦੇ ਅੰਦਰ ਜਿਹੜਾ ਹੈਗਾ ਕਰੂਸ ਦੇ ਉੱਤੇ ਵੀ ਜਿਹੜਾ ਹੈਗਾ ਪਿਤਾ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ Lord Jesus always prayed with passion ਪ੍ਰਭੂ ਯਿਸੂ ਨੇ ਹਮੇਸ਼ਾ ਤੀਵਰ ਇੱਛਾ ਦੇ ਨਾਲ ਜਿਹੜਾ ਹੈਗਾ ਪ੍ਰਾਰਥਨਾ ਕੀਤੀ because he knew to whom he was praying. ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਹਨੂੰ ਪ੍ਰਾਰਥਨਾ ਕਰਦੇ ਪਏ ਸੀ He was talking to the Father. ਉਹ ਪਿਤਾ ਨੂੰ ਗੱਲ ਕਰ ਰਹੇ ਸੀ It is something which you cannot take it lightly. ਇਹ ਚੀਜ਼ ਹੈਗੀ ਹੈ ਤੁਸੀਂ ਉਹਨੂੰ ਹਲਕੇ ਰੂਪ ਵਿੱਚ ਨਹੀਂ ਲੈ ਸਕਦੇ Prayer, passionate prayer comes from the heart, ਤੀਵਰ ਇੱਛਾ ਕੀਤੀ ਹੋਈ ਜਿਹੜੀ ਪ੍ਰਾਰਥਨਾ ਹੈ ਉਹ ਦਿਲੋਂ ਆਉਂਦੀ ਹੈ not just from the head. ਸਿਰਫ ਦਿਮਾਗੋਂ ਨਹੀਂ That's how he taught us to pray. ਉਸ ਤਰ੍ਹਾਂ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ Look at Matthew 6:7. ਮਤੀ 6:7 ਵਿੱਚ ਦੇਖਨੇ ਆ He's talking about prayer. ਪ੍ਰਾਰਥਨਾ ਬਾਰੇ ਗੱਲ ਕਰ ਰਹੇ ਹਾਂ Here you will find the Lord's Prayer. ਇੱਥੇ ਜਿਹੜਾ ਲਾਰਡਸ ਪ੍ਰੇਅਰ ਮਿਲਦੀ ਹੈ ਸਾਨੂੰ But before he gave the Lord's Prayer, what did he say? ਲੇਕਿਨ ਲਾਰਡਸ ਪ੍ਰੇਅਰ ਦੇਣ ਤੋਂ ਪਹਿਲਾਂ ਉਹਨਾਂ ਨੇ ਕੀ ਕਿਹਾ He said, but when you pray, use not vain repetitions as the heathen do, for they think that they shall be heard for their much speaking. प्रार्थना करते समय अन्य जातियों की नाई बकबक ना करो क्योंकि वे समझते हैं कि उनके बहुत बोलने से उनकी सुनी जाएगी Quality versus quantity. क्वालिटी वर्सेस क्वांटिटी But what has happened to the Lord's Prayer? लेकिन लॉर्ड ਦੀ ਪ੍ਰੇਅਰ ਜਿਹੜੀ ਹੈਗੀ ਉਹਦੇ ਕੀ ਹੋਇਆ ਉਹਨੂੰ People repeat it like as if it's a mantra. ਲੋਕੀ ਇਸ ਤਰ੍ਹਾਂ ਜਿਹੜਾ ਹੈਗਾ ਦੁਹਰਾਉਂਦੇ ਨੇ ਜਿਸਕੇ ਵੀ ਮੰਤਰ ਹੈਗਾ They are doing exactly what Lord Jesus told us not to do. ਉਹੀ ਚੀਜ਼ ਕਰਦੇ ਪਏ ਹੈਗੇ ਜੋ ਪ੍ਰਭੂ ਯਿਸੂ ਨੇ ਇਨਕਾਰ ਕੀਤਾ ਇਹ ਨਾ ਕਰੋ This is what all other religions do. ਇਹ ਸਾਰੇ ਬਾਕੀ ਧਰਮ ਵੀ ਇਹੀ ਕਰਦੇ ਹੈਗੇ They do religious repetitions. ਉਹ ਜਿਹੜਾ ਹੈਗਾ ਬਾਰ-ਬਾਰ ਦੁਹਰਾਉਂਦੇ ਨੇ ਪ੍ਰਾਰਥਨਾ They chant the names of their gods. ਆਪਣੇ ਨਾਮ ਪਰਮੇਸ਼ਵਰ ਜਿਹੜੇ ਹੈਗੇ ਉਹਨਾਂ ਦੇ ਉਹ ਬਾਰ-ਬਾਰ ਦੁਹਰਾਉਂਦੇ ਨੇ This is not what you do in a relationship.
ਇਹ ਜਿਹੜਾ ਹੈਗਾ ਜਦੋਂ ਤੁਹਾਡਾ ਨਾਤਾ ਹੈਗਾ ਉਹਦੇ ਅੰਦਰ ਇਹ ਨਹੀਂ ਕਰਦੇ ਤੁਸੀਂ You don't just tell your wife or husband, I love you, I love you, I love you, and don't do anything in the house. ਤੁਸੀਂ ਜਿਹੜਾ ਹੈਗਾ ਪਤੀ ਪਤਨੀ ਦੇ ਅੰਦਰ ਜਿਹੜਾ ਹੈ ਇਹ ਨਹੀਂ ਤੁਸੀਂ ਪਤਨੀ ਨੂੰ ਕਹਿੰਦੇ ਰਹਿੰਦੇ ਹੋ ਕਿ ਮੈਂ ਪਿਆਰ ਕਰਨਾ ਪਿਆਰ ਕਰਨਾ ਪਿਆਰ ਕਰਨਾ ਔਰ ਕੋਈ ਮਦਦ ਨਹੀਂ ਕਰਦੇ ਘਰ ਦੇ ਅੰਦਰ And you do something outside the house all the time. ਔਰ ਤੁਸੀਂ ਘਰ ਦੇ ਬਾਹਰ ਜਿਹੜਾ ਹੈਗਾ ਸਾਰਾ ਕੁਝ ਜੋ ਵੀ ਕਰਨਾ ਕਰਦੇ ਹੋ It doesn't work. ਇਸ ਤਰ੍ਹਾਂ ਕੰਮ ਨਹੀਂ ਕਰਦਾ Relationship, God expects us to have this relationship with Him. ਪਰਮੇਸ਼ਵਰ ਇਹ ਇੱਛਾ ਰੱਖਦੇ ਹੈਗੇ ਕਿ ਨਾਤਾ ਉਹਨਾਂ ਦੇ ਨਾਲ ਅਸੀਂ ਅੱਛਾ ਬਣਾ ਕੇ ਰੱਖੀਏ James 5:16 says, the effectual fervent prayer of a righteous man availeth much. जेम्स 5:16 के अंदर लिखा है इसलिए तुम आपस में एक दूसरे के सामने अपने आप के पापों को मान लो और एक दूसरे के लिए प्रार्थना करो जिसके चंगे हो जाओ धर्मी जन की प्रार्थना के प्रभाव से बहुत कुछ होता है The fervent prayer, that is the passionate prayer of a righteous man availeth much. धर्मी जन की प्रार्थना से के प्रभाव से बहुत कुछ होता है See, when a child is sick or somebody is sick or some problem, we have that passion to pray. ਜਦੋਂ ਸਾਡੀ ਸੰਤਾਨ ਜਿਹੜਾ ਹੈਗਾ ਬਿਮਾਰ ਹੁੰਦਾ ਹੈ ਤੇ ਸਾਡੇ ਅੰਦਰ ਤੀਵਰ ਇੱਛਾ ਹੁੰਦੀ ਹੈਗੀ ਅਸੀਂ ਪ੍ਰਾਰਥਨਾ ਕਰੀਏ It should be every time we come to God, there should be this passion that we come to God for. ਜਦੋਂ ਵੀ ਅਸੀਂ ਜਿਹੜਾ ਹੈਗਾ ਪ੍ਰਾਰਥਨਾ ਵਿੱਚ ਪਰਮੇਸ਼ਵਰ ਕੋਲ ਆਈਏ ਤੇ ਸਾਡੇ ਅੰਦਰ ਇਸ ਤਰ੍ਹਾਂ ਦੀ ਤੀਵਰ ਇੱਛਾ ਹੋਣੀ ਚਾਹੀਦੀ ਹੈ ਦਿਲ 'ਚ So there is persistence and there is passion ਤੇ in ਜਿਹੜਾ ਹੈਗਾ prayer. ਤੁਸੀਂ ਨਿਰੰਤਰ ਲੱਗੇ ਰਹੋ ਪ੍ਰਾਰਥਨਾ ਦੇ ਅੰਦਰ ਦੂਜਾ ਜਿਹੜਾ ਤੀਵਰ ਇੱਛਾ ਦੇ ਨਾਲ ਲੱਗੇ ਰਹੋ The third element which should be part of a Christian's life of prayer, it's all prayer should be with thankfulness. ਤੀਜੀ ਚੀਜ਼ ਜਿਹੜੀ ਹੈਗੀ ਹੈ ਮਸੀਹ ਦੇ ਜੀਵਨ ਦੇ ਅੰਦਰ ਪ੍ਰਾਰਥਨਾ ਦੇ ਬਾਰੇ 'ਚ ਇਹ ਹੋਣੀ ਚਾਹੀਦੀ ਹੈਗੀ ਹੈ ਕਿ ਸ਼ੁਕਰਾਨਾ ਦੇ ਨਾਲ ਹੋਣਾ ਚਾਹੀਦਾ Throughout his writing, Paul insists on this. ਪੌਲਸ ਨੇ ਜਿਹੜਾ ਜਿੱਥੇ ਵੀ ਲਿਖਿਆ ਹੈਗਾ ਉੱਥੇ ਇਹੀ ਚੀਜ਼ ਲਿਖੀ ਹੈ In Ephesians 5:20, he talks about thankfulness. ਇਫੀਸੀਓਂ 5:20 ਦੇ ਅੰਦਰ ਜਿਹੜਾ ਹੈਗਾ ਸ਼ੁਕਰਾਨਾ ਦੇ ਬਾਰੇ 'ਚ ਕਿਹਾ ਹੈ ਉਹਨਾਂ He ਨੇ talks about being filled with the Spirit. ਉਹਨਾਂ ਨੇ ਕਿਹਾ ਹੈ ਕਿ ਆਤਮਾ ਨਾਲ ਭਰੇ ਰਹੋ He talks about walking with the Spirit. ਕਿ ਆਤਮਾ ਨਾਲ ਚੱਲਦੇ ਰਹੋ 20th verse, he says, giving thanks always for all things unto God and the Father in the name of our Lord Jesus Christ. इफिसियों 5:20 च लिखा है और सदा सब बातों के लिए हमारे प्रभु यीशु मसीह के नाम से परमेश्वर पिता का धन्यवाद करते रहो Philippians 4:6, he says, be careful for nothing, but in everything by prayer and supplication with thanksgiving let your requests be made known unto God. फिलिपियों 4:6 च लिखा है किसी भी बात की चिंता मत करो परंतु हर एक बात में तुम्हारे निवेदन प्रार्थना और विनती के द्वारा धन्यवाद के साथ परमेश्वर के सम्मुख उपस्थित किए जाएं Many of our prayers, we should just check our prayers. Do we include thanksgiving in all things? ਸਾਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਟਟੋਲਣਾ ਹੈਗਾ ਕਿ ਅਸੀਂ ਜਦੋਂ ਪ੍ਰਾਰਥਨਾ ਕਰਨੇ ਆ ਤੇ ਅਸੀਂ ਸ਼ੁਕਰਾਨਾ ਕਰਨੇ ਆ ਨਹੀਂ ਕਰਦੇ Because 1 Thessalonians 5:18 says this. ਕਿ ਪਹਿਲੇ ਥੈਸਲੋਨੀਅਨ 5:18 ਚ ਇਸ ਤਰ੍ਹਾਂ ਲਿਖਿਆ ਹੈ In everything give thanks, for this is the will of God in Christ Jesus concerning you. हर बात में धन्यवाद करो क्योंकि तुम्हारे लिए यीशु मसीह में परमेश्वर की यही इच्छा है Because with God everything is thanksgiving. ਪਰਮੇਸ਼ਵਰ ਦੇ ਨਾਲ ਹਰ ਚੀਜ਼ ਜਿਹੜੀ ਹੈਗੀ ਹੈ ਸ਼ੁਕਰਾਨਾ ਦੇ ਨਾਲ ਹੈਗੀ ਹੈ We sing that song from Psalms, enter his gates with thanksgiving and into his courts with praise. ਅਸੀਂ ਇਹ ਜਿਹੜਾ ਭਜਨ ਸੰਹਿਤਾ ਤੋਂ ਇਹ ਗਾਣਾ ਗਾਉਂਦੇ ਹੈਗੇ ਆ ਕਿ ਉਹਨਾਂ ਦੇ ਦਰਵਾਜ਼ਿਆਂ ਦੇ ਅੰਦਰ ਜਿਹੜਾ ਹੈਗਾ ਸ਼ੁਕਰਾਨਾ ਦੇ ਨਾਲ ਜਿਹੜਾ ਹੈਗਾ ਤੁਸੀਂ ਅੰਦਰ ਕਰੋ Colossians 3:17 says, ਕਲੋਸੀਆਂ 3:17 ਚ ਲਿਖਿਆ ਹੈ and whatsoever you do in word or deed, do all in the name of the Lord Jesus Christ, giving thanks to God and the Father by him. और वचन से या काम से जो कुछ भी करो सब प्रभु यीशु मसीह के नाम से करो और उसके द्वारा परमेश्वर पिता का धन्यवाद करो Thanksgiving should be part of everything we do to God. ਅਸੀਂ ਜੋ ਵੀ ਪਰਮੇਸ਼ਵਰ ਵਾਸਤੇ ਕਰਨੇ ਹੈਗੇ ਆ ਉਹਦੇ ਅੰਦਰ ਸ਼ੁਕਰਾਨਾ ਭਰਿਆ ਹੋਣਾ ਚਾਹੀਦਾ And anything we do, ਕੋਈ ਵੀ ਚੀਜ਼ ਕਰੀਏ ਅਸੀਂ whether we are going to work, whether we are working, whether we are praying, whatever we are doing, we have to be thankful. We have to have an attitude of thanksgiving to God. ਅਸੀਂ ਭਾਵੇਂ ਕੰਮ ਤੇ ਜਾਈਏ ਭਾਵੇਂ ਪ੍ਰਾਰਥਨਾ ਕਰੀਏ ਜੋ ਵੀ ਚੀਜ਼ ਅਸੀਂ ਕਰੀਏ ਸਾਡਾ ਜਿਹੜਾ ਹੈਗਾ ਐਟੀਟਿਊਡ ਜਿਹੜਾ ਹੈਗਾ ਸ਼ੁਕਰਾਨਾ ਦਾ ਹੀ ਹੋਣਾ ਚਾਹੀਦਾ Thanksgiving does a few things. ਸ਼ੁਕਰਾਨੇ ਨਾਲ ਬੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ Thanksgiving expresses dependence and trust in God. ਸ਼ੁਕਰਾਨੇ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਦਿਖਾਉਂਦੇ ਆ ਪਰਮੇਸ਼ਵਰ ਨੂੰ ਕਿ ਅਸੀਂ ਤੁਹਾਡੇ ਤੇ ਨਿਰਭਰ ਕਰਨੇ ਆ Between us, if somebody does something for us, we always say thanks.
ਅਸੀਂ ਲੋਕਾਂ ਦੇ ਵਿੱਚ ਜੋ ਕੋਈ ਕੰਮ ਕਰਦਾ ਹੈਗਾ ਤੇ ਅਸੀਂ ਹਮੇਸ਼ਾ ਉਹਨਾਂ ਦਾ ਸ਼ੁਕਰੀਆ ਕਰਨੇ ਆ। How many things God does for us? ਕਿੰਨੀਆਂ ਚੀਜ਼ਾਂ ਹੈਗਾ ਜਿਹੜੇ ਪਰਮੇਸ਼ਵਰ ਸਾਡੇ ਵਾਸਤੇ ਕਰਦੇ ਆ। Psalm 103:2, the Bible says, "Bless the Lord, O my soul, and forget not any of his benefits." ਕਿ ਭਜਨ ਸੰਹਿਤਾ ਜਿਹੜਾ ਹੈਗਾ ਦੇ ਅੰਦਰ ਲਿਖਿਆ ਹੈਗਾ ਕਿ ਪਰਮੇਸ਼ਵਰ ਜਿਹੜਾ ਹੈਗਾ ਜੋ ਵੀ ਸਾਡੇ ਵਾਸਤੇ ਕਰਦੇ ਹੈਗੇ ਉਹ ਚੀਜ਼ ਨੂੰ ਕਦੀ ਨਾ ਭੁਲਾਓ ਤੁਸੀਂ। You see, the thanksgiving establishes a relationship. ਸ਼ੁਕਰਾਨਾ ਜਿਹੜਾ ਹੈਗਾ ਇੱਕ ਨਾਤਾ ਸਥਾਪਿਤ ਕਰ ਦਿੰਦਾ ਹੈ। Third thing it does is it expresses gratitude. ਇਹ ਜਿਹੜਾ ਹੈਗਾ ਇੱਕ ਗ੍ਰੈਟੀਟਿਊਡ ਜਿਹੜਾ ਹੈਗਾ ਦਿਖਾਉਂਦਾ ਹੈਗਾ। And it also produces humility. ਔਰ ਦੀਨਤਾ ਵੀ ਜਿਹੜਾ ਹੈਗਾ ਉਤਪੰਨ ਕਰਦਾ ਹੈ। Thanksgiving should be the main ingredient of a Christian's prayer. ਇੱਕ ਮਸੀਹੀ ਦੇ ਪ੍ਰਾਰਥਨਾ ਦੇ ਅੰਦਰ ਜਿਹੜਾ ਹੈਗਾ ਸ਼ੁਕਰਾਨਾ ਬਹੁਤ ਵੱਡਾ ਅੰਸ਼ ਹੋਣਾ ਚਾਹੀਦਾ। So you have seen persistence in prayer. ਅਸੀਂ ਇੱਕ ਦੇਖਿਆ ਕਿ ਨਿਰੰਤਰ ਲੱਗੇ ਰਹਿਣਾ ਪ੍ਰਾਰਥਨਾ 'ਚ। What was the second one? Passion in prayer. Third one? ਦੂਜੀ ਚੀਜ਼ ਤੀਵਰ ਇੱਛਾ। Third one is that we have to have thankfulness in prayer. ਤੀਜੀ ਚੀਜ਼ ਜਿਹੜਾ ਹੈਗਾ ਕਿ ਦਿਲ ਭਰਿਆ ਹੋਣਾ ਚਾਹੀਦਾ ਹੈ ਸ਼ੁਕਰੀਆ ਦੇ ਨਾਲ। Number 4, prayer should be with intercession. ਦੂਜੀ ਚੌਥੀ ਚੀਜ਼ ਹੈਗੀ ਕਿ ਪ੍ਰਾਰਥਨਾ ਜਿਹੜੀ ਹੈਗੀ ਹੈ ਇੰਟਰਸੈਸ਼ਨ 'ਚ ਹੋਣੀ ਚਾਹੀਦੀ ਹੈ। Intercessory prayer is basically praying for others. ਇਹਦਾ ਅਰਥ ਇਹ ਹੈਗਾ ਕਿ ਦੂਜਿਆਂ ਵਾਸਤੇ ਪ੍ਰਾਰਥਨਾ ਕਰਨਾ। It is praying for God's will to be done in the lives of other people. ਇਹ ਹੈਗਾ ਕਿ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਪਰਮੇਸ਼ਵਰ ਨੂੰ ਕਿ ਤੁਹਾਡੀ ਇੱਛਾ ਜਿਹੜੀ ਹੈਗੀ ਹੈ ਦੂਜੇ ਲੋਕਾਂ ਦੇ ਜੀਵਨ 'ਚ ਪੂਰੀ ਹੋਵੇ। You'll see that intercessory prayer was a characteristic of the prayer life of Lord Jesus Christ. ਅਸੀਂ ਦੇਖਦੇ ਹੈਗੇ ਆ ਕਿ ਪ੍ਰਭੂ ਯਿਸੂ ਦੇ ਜੀਵਨ ਦੇ ਅੰਦਰ ਜਿਹੜਾ ਹੈਗਾ ਇੰਟਰਸੈਸਰੀ ਪ੍ਰੇਅਰ ਇੱਕ ਵੱਡਾ ਅੰਸ਼ ਹੈਗਾ ਸੀ। You see Isaiah 53:12, when there was a prophecy of Lord Jesus Christ. One of the things was said like this. ਇਸ਼ਾਇਆ 53:12 ਦੇ ਅੰਦਰ ਜਿਹੜਾ ਹੈਗਾ ਜਦੋਂ ਇੱਕ ਵਾਰ ਭਵਿਸ਼ਵਾਣੀ ਹੋਈ ਸੀ ਪ੍ਰਭੂ ਯਿਸੂ ਦੇ ਬਾਰੇ 'ਚ ਤੇ ਇਸ ਤਰ੍ਹਾਂ ਹੈ ਕਿਹਾ ਗਿਆ। The last part of this verse says, "And he bare the sin of many and made intercession for the transgressors." ਅੰਤ 'ਚ ਜਿਹੜਾ ਹੈਗਾ ਇਸ ਵਰਸ ਦੇ ਅੰਦਰ ਲਿਖਿਆ ਹੈਗਾ ਕਿ ਉਹਨਾਂ ਨੇ ਬੜੇ ਲੋਕਾਂ ਦੇ ਪਾਪ ਆਪਣੇ ਉੱਪਰ ਉਠਾਏ ਔਰ ਬੜੇ ਲੋਕਾਂ ਦੇ ਬੜੇ ਪਾਪੀਆਂ ਦੀ ਜਿਹੜੀ ਹੈਗੇ ਵਾਸਤੇ ਉਹਨਾਂ ਨੇ ਪ੍ਰਾਰਥਨਾ ਕੀਤੀ। Luke 22:43. ਲੂਕ 22:43 Lord tells Peter, ਪ੍ਰਭੂ ਯਿਸੂ ਨੇ ਪਤਰਸ ਨੂੰ ਇਸ ਤਰ੍ਹਾਂ ਕਿਹਾ, "But I have prayed for thee that thy faith fail not, and when thou art converted, strengthen thy brethren." ਮੈਂ ਪ੍ਰਾਰਥਨਾ ਕੀਤੀ ਹੈਗੀ ਤੇਰਾ ਵਿਸ਼ਵਾਸ ਜਿਹੜਾ ਹੈਗਾ ਕਮਜ਼ੋਰ ਨਾ ਪੜੇ ਔਰ ਜਦੋਂ ਤੂੰ ਸ਼ਕਤੀ ਪਾਏਗਾ ਤੇ ਤੂੰ ਬਾਕੀਆਂ ਵਾਸਤੇ ਜਿਹੜਾ ਹੈਗਾ ਪ੍ਰਾਰਥਨਾ ਕਰੀਂ। And on the cross, Luke 23:34, then said Jesus, "Father, forgive them, for they know not what they do." And they parted his raiment and cast lots. That's Luke 23:34. तब यीशु ने कहा, हे पिता हमें क्षमा कर क्योंकि ये नहीं जानते कि ये क्या कर रहे हैं, और उन्होंने चिट्ठियां डालकर उसके कपड़े बांट लिए। See, prayer, even in the time of extreme difficulty, Lord Jesus resorted to prayer. ਕਿ ਇੰਨੀ ਮੁਸ਼ਕਿਲ ਹਾਲਾਤ ਵਿੱਚ ਹੈਗੇ ਸੀ ਪ੍ਰਭੂ ਯਿਸੂ ਤਾਂ ਵੀ ਜਿਹੜਾ ਉਹਨਾਂ ਨੇ ਪ੍ਰਾਰਥਨਾ ਦਾ ਭਾਰ ਉਠਾਇਆ ਉਹਨਾਂ ਨੇ। In John 17:9, he prayed like this. ਯੋਹੰਨਾ 17:9 ਚ ਇਸ ਤਰ੍ਹਾਂ ਕਿਹਾ ਉਹਨਾਂ ਨੇ, I pray for them, I pray not for the world, but for them which thou hast given me, for they are thine. ਕਿ ਮੈਂ ਉਹਨਾਂ ਦੇ ਵਾਸਤੇ ਜਿਹੜਾ ਪ੍ਰਾਰਥਨਾ ਕਰਨਾ ਹੈਗਾ ਜਿਹੜੇ ਤੁਸੀਂ ਮੈਨੂੰ ਦਿੱਤੇ ਹੈਗੇ ਕਿਉਂਕਿ ਉਹ ਤੁਹਾਡੇ ਆਪਣੇ ਹੈਗੇ। Romans 8:34, it says he is sitting at the right hand of the Father interceding for us. ਰੋਮੀਓ 8:34 ਚ ਲਿਖਿਆ ਹੈਗਾ ਕਿ ਉਹ ਪਿਤਾ ਪਰਮੇਸ਼ਵਰ ਦੇ ਸੱਜੇ ਦਾएं ਹੱਥ ਜਿਹੜੇ ਹੈਗੇ ਬੈਠੇ ਹੈਗੇ ਔਰ ਸਾਡੇ ਵਾਸਤੇ ਪ੍ਰਾਰਥਨਾ ਕਰਦੇ ਪਏ। Hebrews 7:25 says the same thing. ਇਬਰਾਨੀਆਂ 7:25 ਚ ਵੀ ਇਹੀ ਚੀਜ਼ ਲਿਖੀ ਹੈ। He is interceding for us. ਉਹ ਸਾਡੇ ਵਾਸਤੇ ਪ੍ਰਾਰਥਨਾ ਕਰਦੇ ਪਏ। We also have to intercede for others. ਸਾਨੂੰ ਵੀ ਜਿਹੜਾ ਹੈਗਾ ਦੂਜਿਆਂ ਵਾਸਤੇ ਜਿਹੜਾ ਹੈਗਾ ਪ੍ਰਾਰਥਨਾ ਕਰਨੀ ਜ਼ਰੂਰੀ ਹੈ। You see, in the book of Colossians, Paul was trying to bring this truth to the Colossians. ਕੋਲੋਸੀਆਂ ਦੀ ਪੁਸਤਕ ਦੇ ਅੰਦਰ ਜਿਹੜਾ ਹੈਗਾ ਇਹ ਸੱਚ ਨੂੰ ਜਿਹੜਾ ਹੈਗਾ ਪ੍ਰਕਾਸ਼ਿਤ ਕਰਦੇ ਪਏ ਹੈਗੇ ਸੀ ਪੌਲਸ ਉਹਨਾਂ ਲੋਕਾਂ He ਨੂੰ। wanted them to pray with a specific purpose. ਉਹ ਚਾਹੁੰਦੇ ਸੀ ਕਿ ਇੱਕ ਖਾਸ ਮੁੱਦੇ ਦੇ ਨਾਲ ਜਿਹੜਾ ਹੈਗਾ ਪ੍ਰਾਰਥਨਾ ਕਰਨ ਉਹ ਲੋਕ। He wanted them to pray for him that God would open a door for him. ਕਿ ਉਹ ਕਹਿੰਦੇ ਪਏ ਹੈਗੇ ਸੀ ਕਿ ਵੀ ਆਪਣੇ ਵਾਸਤੇ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਸੀ ਕਿ ਪਰਮੇਸ਼ਵਰ ਜਿਹੜਾ ਹੈਗਾ ਕਈ ਬੂਹੇ ਖੋਲਣ so that the gospel will be preached. ਤਾਂ ਕਿ ਸੁਸਮਾਚਾਰ ਜਿਹੜਾ ਹੈਗਾ ਉਹਦੀ ਸਿੱਖਿਆ ਲੋਕਾਂ ਨੂੰ ਦਿੱਤੀ ਜਾਏ। That was foremost in Paul's mind. ਪੌਲਸ ਦੇ ਦਿਮਾਗ ਦੇ ਅੰਦਰ ਸਭ ਤੋਂ ਉੱਪਰ ਗੱਲ ਹੈਗੀ ਸੀ। Paul wanted God's kingdom to expand. ਪੌਲਸ ਚਾਹੁੰਦਾ ਹੈਗਾ ਸੀ ਕਿ ਪਰਮੇਸ਼ਵਰ ਦਾ ਰਾਜ ਜਿਹੜਾ ਹੈਗਾ ਹੋਰ ਵਧੇ। He never asked them to pray for his legal situation.
ਉਹਨਾਂ ਨੇ ਜਿਹੜਾ ਹੈਗਾ ਆਪਣੇ ਵਾਸਤੇ ਜਿਹੜਾ ਹੈਗਾ ਕਿ ਵੀ ਲੀਗਲ ਸਿਚੁਏਸ਼ਨ ਤੋਂ ਬਾਹਰ ਨਿਕਲੇ ਉਹਦੇ ਵਾਸਤੇ ਪ੍ਰਾਰਥਨਾ ਨਹੀਂ ਕਰਵਾਈ, or that he will be released from prison. ਜਾਂ ਉਹਨੂੰ ਜੇਲ੍ਹ ਤੋਂ ਬਾਹਰ ਛੱਡਤਾ ਜਾਵੇ। He was asking them to pray that the door will open for the gospel. ਪ੍ਰਾਰਥਨਾ ਕੀਤੀ ਕਿ ਵੀ ਬੂਹੇ ਖੁੱਲਣ ਤਾਂ ਕਿ ਪਰਮੇਸ਼ਵਰ ਦਾ ਸੁਸਮਾਚਾਰ ਜਿਹੜਾ ਹੈਗਾ ਪ੍ਰਚਾਰ ਹੋਏ। Many times we pray for each other, we pray for some things, but very few of us pray that the gospel will open, that people will open their hearts. ਕਈ ਵਾਰ ਇੱਕ ਦੂਜੇ ਦੀ ਪ੍ਰਾਰਥਨਾ ਕਰਦੇ ਹੋਏ ਅਸੀਂ ਜਿਹੜਾ ਹੈਗਾ ਜ਼ਰੂਰਤਾਂ ਵਾਸਤੇ ਪ੍ਰਾਰਥਨਾ ਕਰ ਦਿੰਦੇ ਹੈਗੇ ਹਾਂ, ਲੇਕਿਨ ਇਹ ਨਹੀਂ ਕਰਦੇ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਸਾਡੇ ਦੁਆਰਾ ਦੂਜਿਆਂ ਦੇ ਦੁਆਰਾ ਜਿਹੜਾ ਹੈਗਾ ਪ੍ਰਚਾਰ ਕੀਤਾ ਜਾਵੇ। Think back on your prayers. ਆਪਣੇ ਪ੍ਰਾਰਥਨਾ ਦੇ ਬਾਰੇ ਸੋਚੋ, How much is your time spent on praying for your family, ਕਿੰਨਾ ਸਮੇਂ ਤੁਸੀਂ ਜਿਹੜਾ ਹੈਗਾ ਆਪਣੇ ਪਰਿਵਾਰ ਵਾਸਤੇ ਪ੍ਰਾਰਥਨਾ ਕਰਦੇ ਹੋ, for their health, ਉਹਨਾਂ ਦੀ ਸਿਹਤ ਵਾਸਤੇ, compared with that how much you prayed for the gospel? ਬਨਸਪਤ ਕਿ ਤੁਸੀਂ ਪਰਮੇਸ਼ਵਰ ਦੇ ਸੁਸਮਾਚਾਰ ਵਾਸਤੇ ਕਿੰਨਾ ਸਮੇਂ ਬਿਤਾਉਂਦੇ ਹੋ। You see, intercessory prayer changes things. ਇੰਟਰਸੈਸਰੀ ਪ੍ਰਾਰਥਨਾ ਜਿਹੜੀ ਹੈਗੀ ਹੈ ਉਹਦੇ ਨਾਲ ਚੀਜ਼ਾਂ ਬਦਲ ਜਾਂਦੀਆਂ। There was a church in Dallas, Texas. ਡੈਲਸ ਟੈਕਸਸ ਦੇ ਅੰਦਰ ਇੱਕ ਕਲੀਸਿਆ ਸੀ, They are having trouble finding a teacher for the boys' school class. ਉਹ ਜਿਹੜੇ ਯੁਵਾ ਮੁੰਡੇ ਹੈਗੇ ਸੀ ਉਹਨਾਂ ਦੇ ਵਾਸਤੇ ਇੱਕ ਸ਼ਿਕਸ਼ਕ ਲੱਭਦੇ ਪਏ ਸੀ, ਮੁਸ਼ਕਿਲ ਹੋ ਰਹੀ ਸੀ। Finally, they came upon one gentleman, one man. ਇੱਕ ਆਦਮੀ ਜਿਹੜਾ ਹੈਗਾ ਉਹਨਾਂ ਨੂੰ ਮਿਲਿਆ। The pastor said, "Oh, you got to be kidding me. This fellow cannot be the teacher." ਉਹ ਪਾਦਰੀ ਨੇ ਕਿਹਾ ਕਿ ਬਈ ਤੁਸੀਂ ਮਜ਼ਾਕ ਕਰ ਰਹੇ ਹੈਗੇ ਹੋ, ਇਹ ਤੇ ਸ਼ਿਕਸ਼ਕ ਨਹੀਂ ਹੋ ਸਕਦਾ। But over time, the pastor realized that this man had changed the whole class. ਲੇਕਿਨ ਥੋੜੀ ਦੇਰ ਦੇ ਬਾਅਦ ਜਿਹੜਾ ਹੈਗਾ ਪਾਦਰੀ ਨੂੰ ਇਹ ਸਮਝ ਆਇਆ ਕਿ ਉਹਨੇ ਸਾਰੀ ਕਲਾਸ ਨੂੰ ਜਿਹੜਾ ਹੈਗਾ ਬਦਲਤਾ। So he invited him home for lunch and then asked him what was the secret of this success of this revolution. ਤੇ ਉਸ ਸ਼ਿਕਸ਼ਕ ਨੂੰ ਜਿਹੜਾ ਹੈਗਾ ਆਪਣੇ ਘਰ ਵਿੱਚ ਉਹਨੂੰ ਬੁਲਾਇਆ ਖਾਣੇ ਦੇ ਵਾਸਤੇ ਔਰ ਪੁੱਛਿਆ ਕਿ ਵੀ ਇਹ ਕਿਸ ਤਰ੍ਹਾਂ ਇੰਨਾ ਬਦਲਾਵ ਕਿਸ ਤਰ੍ਹਾਂ ਆ ਗਿਆ ਸਾਰਿਆਂ ਦੇ That ਅੰਦਰ। man pulled out a small black book. ਉਸ ਯੁਵਾ ਨੇ ਜਿਹੜਾ ਹੈਗਾ ਇੱਕ ਕਾਲੀ ਪੁਸਤਕ ਬਾਹਰ ਕੱਢੀ। On each page he had the picture of one of the boys. ਹਰ ਇੱਕ ਪ੍ਰਿਸ਼ਠ ਦੇ ਉੱਤੇ ਜਿਹੜਾ ਹੈਗਾ ਉਹਨੇ ਇੱਕ ਲੜਕੇ ਦਾ ਜਿਹੜਾ ਹੈਗਾ ਚਿਹਰਾ ਬਣਾਇਆ ਸੀ। Underneath the boys' names were these comments. ਔਰ ਹਰ ਇੱਕ ਉਹਦੇ ਚਿੱਤਰ ਦੇ ਥੱਲੇ ਜਿਹੜਾ ਹੈਗਾ ਇਹ ਕਮੈਂਟ ਲਿਖੇ ਹੋਏ ਸੀ। This boy has trouble in arithmetic. ਇਹਨੂੰ ਬੱਚੇ ਨੂੰ ਜਿਹੜਾ ਹੈਗਾ ਮੈਥ ਦੇ ਅੰਦਰ ਬਹੁਤ ਪ੍ਰੋਬਲਮ ਹੈ। This boy comes to church against his parents' wishes. ਇਹ ਜਿਹੜਾ ਹੈਗਾ ਆਪਣੇ ਮਾਤਾ ਪਿਤਾ ਦੀ ਇੱਛਾ ਦੇ ਵਿਰੁੱਧ ਜਿਹੜਾ ਹੈਗਾ ਕਲੀਸਿਆ ਚਾਹੁੰਦਾ ਹੈ। This boy wants to be missionary someday, but he doesn't think he has what it takes. ਕਿ ਇਹ ਲੜਕਾ ਜਿਹੜਾ ਹੈਗਾ ਮਿਸ਼ਨਰੀ ਬਣਨਾ ਚਾਹੁੰਦਾ, ਲੇਕਿਨ ਉਹਨੂੰ ਲੱਗਦਾ ਹੈ ਕਿ ਮੇਰੇ 'ਚ ਸਾਮਰਥ ਨਹੀਂ ਹੈਗਾ। He said, "Pastor, I pray over this children every day. ਉਹਨੇ ਕਿਹਾ ਪਾਦਰੀ ਜੀ ਮੈਂ ਹਰ ਬੱਚੇ ਵਾਸਤੇ ਜਿਹੜਾ ਹੈਗਾ ਹਰ ਰੋਜ਼ ਪ੍ਰਾਰਥਨਾ ਕਰਨਾ। And I come expectantly to church to see what God has done in their lives." ਔਰ ਮੈਂ ਇੱਛਾ ਕਰਦੇ ਹੋਏ ਜਿਹੜਾ ਹੈਗਾ ਆਨਾ ਹੈਗਾ ਸੋਚਦੇ ਹੋਏ ਕਿ ਪਰਮੇਸ਼ਵਰ ਨੇ ਇਹਨਾਂ ਦੇ ਜੀਵਨ ਦੇ ਅੰਦਰ ਕੀ ਕੀਤਾ ਹੈਗਾ। You see, when you pray for others, ਜਦੋਂ ਤੁਸੀਂ ਦੂਸਰਿਆਂ ਵਾਸਤੇ ਪ੍ਰਾਰਥਨਾ ਕਰਦੇ ਹੋ, when you pray for God's work to be done, ਕਿ ਵੀ ਪਰਮੇਸ਼ਵਰ ਦਾ ਕੰਮ ਪੂਰਾ ਹੋਵੇ, He will start to use you, and you will be astonished at what God can accomplish through you. ਉਹ ਤੁਹਾਨੂੰ ਜਿਹੜਾ ਹੈਗਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਗੇ ਔਰ ਤੁਹਾਨੂੰ ਅਚੰਭਾ ਹੋਏਗਾ ਕਿ ਕਿਸ ਤਰ੍ਹਾਂ ਤੁਹਾਡੇ ਨੂੰ ਉਹਨਾਂ ਨੇ ਇਸਤੇਮਾਲ ਕੀਤਾ। Sometimes I think we do not become what God wants us to become. We are more focused on ourselves and our things than on others. ਕਈ ਵਾਰ ਜਿਹੜਾ ਹੈਗਾ ਅਸੀਂ ਮਸ਼ੱਕਤ ਨਹੀਂ ਕਰਦੇ ਕਿ ਅਸੀਂ ਉਹ ਬਣੀਏ ਜੋ ਪਰਮੇਸ਼ਵਰ ਸਾਨੂੰ ਬਣਾਉਣਾ ਚਾਹੁੰਦੇ ਹੈਗੇ, ਬਨਸਪਤ ਅਸੀਂ ਆਪਣੇ ਬਾਰੇ 'ਚ ਸੋਚਦੇ ਰਹਿੰਦੇ ਹਾਂ। When we intercede for others, ਜਦੋਂ ਅਸੀਂ ਦੂਜਿਆਂ ਵਾਸਤੇ ਪ੍ਰਾਰਥਨਾ ਕਰਨਾ we ਹੈ, will become more like Lord Jesus Christ. ਅਸੀਂ ਪ੍ਰਭੂ ਯਿਸੂ ਅੱਕਨ ਬਣਦੇ ਜਾਵਾਂਗੇ। He will use us more and show us more. ਉਹ ਜ਼ਿਆਦਾ ਇਸਤੇਮਾਲ ਕਰਨਗੇ ਸਾਨੂੰ ਔਰ ਜ਼ਿਆਦਾ ਸਾਨੂੰ ਪ੍ਰਕਾਸ਼ਿਤ ਕਰਨਗੇ। We must pray for others. ਸਾਨੂੰ ਦੂਜਿਆਂ ਵਾਸਤੇ ਪ੍ਰਾਰਥਨਾ ਕਰਨਾ ਜ਼ਰੂਰੀ ਹੈ। The last thing the Bible commands is pray without ceasing. ਆਖਰੀ ਚੀਜ਼ ਜਿਹੜੀ ਹੈਗੀ ਹੈ ਇਹ ਜੋ ਪ੍ਰਾਰਥਨਾ ਦੇ ਬਾਰੇ 'ਚ ਕਹੀ ਗਈ ਹੈਗੀ ਹੈ ਕਿ ਤੁਸੀਂ ਨਿਰੰਤਰ ਪ੍ਰਾਰਥਨਾ ਕਰਦੇ ਰਹੋ। What comes to mind when you hear the word pray without ceasing? ਜਦੋਂ ਇਹ ਲਫ਼ਜ਼ ਤੁਹਾਡੇ ਦਿਮਾਗ ਵਿੱਚ ਆਉਂਦੇ ਹੈਗੇ ਤਾਂ ਕੀ ਸੋਚਦੇ ਹੋ ਤੁਸੀਂ? These three words sometimes feel like a burden for some people. ਇਹ ਲਫ਼ਜ਼ ਜਿਹੜਾ ਹੈਗਾ ਕਈ ਵਾਰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਬੋਝ ਹੈਗਾ ਸਾਡੇ ਉੱਤੇ ਕੋਈ। How can we pray without ceasing? ਕਿ ਅਸੀਂ ਨਿਰੰਤਰ ਪ੍ਰਾਰਥਨਾ ਕਿਸ ਤਰ੍ਹਾਂ ਕਰ ਸਕਦੇ ਹਾਂ? Some people think it may be possible for pastors but not possible for all of us. ਕਈ ਲੋਕ ਸੋਚਦੇ ਹੈਗੇ ਕਿ ਹਾਂ ਵੀ ਹੋ ਸਕਦਾ ਮੁਮਕਿਨ ਹੋਏ ਪਾਦਰੀਆਂ ਵਾਸਤੇ, ਲੇਕਿਨ ਸਾਰਿਆਂ ਵਾਸਤੇ ਨਹੀਂ ਮੁਮਕਿਨ। I work 60 hours week. How can I pray without ceasing? ਮੈਂ ਹਫ਼ਤੇ 'ਚ 60 ਘੰਟੇ ਕੰਮ ਕਰਨਾ ਹੈਗਾ, ਮੈਂ ਕਿਸ ਤਰ੍ਹਾਂ ਨਿਰੰਤਰ ਪ੍ਰਾਰਥਨਾ ਕਰ ਸਕਦਾ? You see, we also imagine if somebody said jog without ceasing. ਜੇ ਕੋਈ ਕਹਿੰਦਾ ਹੈਗਾ ਕਿ ਦੌੜ ਲਗਾਉਂਦੇ ਰਹੋ ਬਿਨਾਂ ਰੁਕੇ। You see, we know that prayer is good, but sometimes we think this is a very difficult commandment. ਸਾਨੂੰ ਪਤਾ ਹੈ ਕਿ ਪ੍ਰਾਰਥਨਾ ਅੱਛੀ ਚੀਜ਼ ਹੈਗੀ ਹੈ, ਲੇਕਿਨ ਕਈ ਵਾਰ ਲੱਗਦਾ ਹੈ ਕਿ ਇਹ ਆਦੇਸ਼ ਬੜਾ ਮੁਸ਼ਕਿਲ ਹੈਗਾ। However, none of these things grasp the essence of this commandment.
ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀ ਸੋਚਾਂ ਜਿਹੜੀਆਂ ਹੈਗੀਆਂ ਇਸ ਆਦੇਸ਼ ਦੇ ਅੰਦਰ ਕੀ ਕਿਹਾ ਗਿਆ ਹੈ ਉਹਦਾ ਮੂਲ ਨਹੀਂ ਸਮਝ ਆਉਂਦਾ। This command is not a guilt trip. ਇਹ ਜਿਹੜਾ ਆਦੇਸ਼ ਹੈਗਾ ਇਹ ਨਹੀਂ ਹੈਗਾ ਕਿ ਤੁਹਾਨੂੰ ਬੁਰਾ ਲੱਗੇ। It's a call from God to be who you are made to be. ਇਹ ਬੁਲਾਵਟ ਹੈਗੀ ਹੈ ਪਰਮੇਸ਼ਵਰ ਦੀ ਤਰਫ ਕਿ ਸਾਨੂੰ ਜੋ ਬਣਾਇਆ ਗਿਆ ਉਹਦੀ। It is a command to live up in the privileges that Christ has given to us. ਇਹ ਆਦੇਸ਼ ਹੈਗਾ ਕਿ ਅਸੀਂ ਜੋ ਪ੍ਰਭੂ ਯਿਸੂ ਨੇ ਸਾਡੇ ਵਾਸਤੇ ਜੋ ਚੀਜ਼ਾਂ ਸਥਾਪਿਤ ਕੀਤੀਆਂ ਉਹਨਾਂ ਦੇ ਅੰਦਰ ਚੱਲੀਏ ਅਸੀਂ। It's an invitation to enjoy our God not just once in the morning but all day long. ਇਹ ਆਮੰਤਰਣ ਹੈਗਾ ਸਾਰੇ ਮਸੀਹਾਂ ਨੂੰ ਕਿ ਵੀ ਤੁਸੀਂ ਪਰਮੇਸ਼ਵਰ ਨੂੰ ਜਿਹੜਾ ਹੈਗਾ ਉਹਨਾਂ 'ਚ ਆਨੰਦਿਤ ਰਹੋ, ਸਿਰਫ ਸਵੇਰੇ ਨਹੀਂ ਸਾਰਾ ਦਿਨ। But you may ask, pray without ceasing? ਲੇਕਿਨ ਤੁਸੀਂ ਹੋ ਸਕਦੇ ਪੁੱਛੋ ਕਿ ਨਿਰੰਤਰ ਪ੍ਰਾਰਥਨਾ ਕਿਸ ਤਰ੍ਹਾਂ? Pray without ceasing does not require for us to spend every hour on our knees. ਨਿਰੰਤਰ ਪ੍ਰਾਰਥਨਾ ਕਰਨ ਦਾ ਅਰਥ ਇਹ ਨਹੀਂ ਹੈਗਾ ਕਿ ਹਰ ਘੰਟੇ ਜਿਹੜਾ ਹੈਗਾ ਪੂਰੇ ਦਿਨ ਦੇ ਅੰਦਰ ਤੁਸੀਂ ਆਪਣੇ ਘੁਟਨੇ 'ਚ ਦਬਲ ਰਹੋ। In the same letter for the First Thessalonians, Paul wrote many other things that they need to do. ਇਸੇ ਚਿੱਠੀ ਦੇ ਅੰਦਰ ਜਿਹੜਾ ਹੈਗਾ ਥੈਸਲੋਨੀਆਂ ਨੂੰ ਜਿਹੜਾ ਹੈਗਾ ਪੌਲਸ ਨੇ ਹੋਰ ਵੀ ਬੜੀਆਂ ਚੀਜ਼ਾਂ ਲਿਖੀਆਂ ਕਿ ਕੀ ਕਰਨਾ ਚਾਹੀਦਾ ਹੈ। He said you must work with your hands. ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਆਪਣੇ ਹੱਥਾਂ ਨਾਲ ਕੰਮ ਕਰੋ। It says build up one another. ਇੱਕ ਦੂਜੇ ਨੂੰ बढ़ाओ। Admonish the idle. ਕਿ ਬੁੱਤ ਜਿਹੜਾ ਹੈਗਾ ਉਹਨੂੰ ਹਟਾਓ। The activities which does not give an idea of that Paul is saying that give up everything and sit in the prayer closet. ਕਿ ਇਹ ਨਹੀਂ ਹੈਗਾ ਕਿ ਉਹ ਪੌਲਸ ਕਹਿੰਦਾ ਪਿਆ ਕਿ ਵੀ ਸਾਰੀਆਂ ਚੀਜ਼ਾਂ ਛੱਡ ਦਿਓ ਤੁਸੀਂ ਔਰ ਅੰਦਰ ਜਾ ਕੇ ਪ੍ਰਾਰਥਨਾ ਕਰਦੇ ਰਹੋ। But what did Paul really mean? ਪੌਲਸ ਦਾ ਕੀ ਅਰਥ ਹੈਗਾ ਸੀ? It comes between two commandments. ਇਹ ਦੋ ਆਦੇਸ਼ਾਂ ਦੇ ਵਿੱਚ ਇਹ ਆਦੇਸ਼ ਹੈਗਾ। 1 Thessalonians 5:16 says rejoice evermore. ਪਹਿਲੇ ਥੈਸਲੋਨੀਅਨ 5:16 ਚ ਲਿਖਿਆ ਹੈਗਾ ਕਿ ਹਰਸ਼ਿਤ ਰਹੋ ਹਰ ਸਮੇਂ। Second, the 17th verse says pray without ceasing. 17ਵੇਂ ਵਰਸ ਦੇ ਅੰਦਰ ਲਿਖਿਆ ਹੈ ਕਿ ਤੁਸੀਂ ਨਿਰੰਤਰ ਪ੍ਰਾਰਥਨਾ ਕਰਦੇ ਰਹੋ। 18th verse says in everything give thanks. ਔਰ 18ਵੇਂ ਵਰਸ ਕਿਹਾ ਹੈ ਕਿ ਹਰ ਇੱਕ ਚੀਜ਼ ਦੇ ਅੰਦਰ ਜਿਹੜਾ ਹੈਗਾ ਸ਼ੁਕਰਾਨਾ ਕਹੋ। What he is saying is that we have to be in this connection with God. ਇਹ ਕਹਿੰਦੇ ਕਿ ਤੁਸੀਂ ਇੱਕ ਕਨੈਕਸ਼ਨ ਹੈ, ਇੱਕ ਨਾਤੇ ਵਿੱਚ ਜਿਹੜਾ ਹੈਗਾ ਪਰਮੇਸ਼ਵਰ ਦੇ ਨਾਲ ਬਨੇ ਰਹੋ। We have to have the joy and gratitude to God and be in connection with God. ਇਹ ਕਹਿੰਦੇ ਕਿ ਤੁਸੀਂ ਜਿਹੜਾ ਹੈਗਾ ਪਰਮੇਸ਼ਵਰ ਦੇ ਪ੍ਰਤੀ ਜਿਹੜਾ ਹੈਗਾ ਐਟੀਟਿਊਡ ਜਿਹੜਾ ਰੱਖੋ ਤੁਸੀਂ ਸ਼ੁਕਰਾਨੇ ਦਾ। When we are walking, sleeping, ਜਦੋਂ ਤੁਸੀਂ ਚੱਲਦੇ ਪਏ ਹੋ, ਸੁਣਦੇ ਪਏ ਹੋ, eating, working, ਕੰਮ ਕਰਦੇ ਪਏ ਹੋ, serving, ਸੇਵਾ or resting. ਜਾਂ ਆਰਾਮ ਕਰ ਰਹੇ ਹੋ। We may not pray every moment of our lives, ਹਰ ਪਲ ਜਿਹੜਾ ਹੈਗਾ ਇਹ ਨਹੀਂ ਹੈਗਾ ਕਿ ਤੁਸੀਂ ਪ੍ਰਾਰਥਨਾ ਹੀ ਕਰਦੇ ਰਹੇ ਹੋ। but we must try to bring prayer into all our moments. ਲੇਕਿਨ ਬਈ ਹਰ ਪਲ ਦੇ ਅੰਦਰ ਜਿਹੜਾ ਹੈ ਕੋਸ਼ਿਸ਼ ਕਰਨੀ ਹੈ ਪ੍ਰਾਰਥਨਾ ਲਿਆਉਣ ਦੀ। We may not walk with our heads always bowed down in prayer, ਇਹ ਨਹੀਂ ਹੈਗਾ ਕਿ ਅਸੀਂ ਹਰ ਸਮੇਂ ਜਿਹੜਾ ਹੈਗਾ ਸਾਡੇ ਸਿਰ ਝੁਕੇ ਹੋਏ ਨੇ ਪ੍ਰਾਰਥਨਾ 'ਚ। but we walk in a posture of dependence. ਲੇਕਿਨ ਅਸੀਂ ਅੰਦਰੂਨੀ ਰੂਪ ਦੇ ਅੰਦਰ ਅਸੀਂ ਸਾਡੀ ਸੋਚਾਂ ਇਹੋ ਜਿਹੀਆਂ ਹੈਗੀਆਂ ਕਿ ਅਸੀਂ ਪਰਮੇਸ਼ਵਰ ਤੇ ਨਿਰਭਰ ਹੈਗੇ ਹਾਂ। When you start to pray without ceasing, ਜਦੋਂ ਤੁਸੀਂ ਨਿਰੰਤਰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓਗੇ, you start to, like Paul, break out into thanksgiving every time. ਤੁਸੀਂ ਪੌਲਸ ਵਕਨ ਜਿਹੜਾ ਹੈਗਾ ਤੁਸੀਂ ਹਮੇਸ਼ਾ ਜਿਹੜਾ ਹੈ ਸ਼ੁਕਰੀਆ ਅਦਾ ਕਰਦੇ ਰਹੋਗੇ। You know, when you start to pray without ceasing, we turn every burden of help me into we thank you Lord. ਜਦੋਂ ਤੁਸੀਂ ਨਿਰੰਤਰ ਪ੍ਰਾਰਥਨਾ 'ਚ ਸ਼ੁਰੂ ਹੋ ਜਾਓਗੇ, ਲੱਗੇ ਰਹੋਗੇ ਤੁਸੀਂ, ਤੇ ਬਈ ਇਹ ਪ੍ਰਾਰਥਨਾ ਜਿਹੜੀ ਕਹਿੰਦੇ ਹਾਂ ਅਸੀਂ ਕਿ ਅਸੀਂ ਪਰਮੇਸ਼ਵਰ ਮੇਰੀ ਮਦਦ ਕਰੋ, ਇਹ ਸ਼ੁਕਰਾਨੇ 'ਚ ਬਦਲ ਜਾਏਗੀ। Every temptation deliver me will be your prayer. ਕਿ ਹਰ ਲੁਭਾਵੀ ਚੀਜ਼ ਜਿਹੜੀ ਹੈਗੀ ਹੈ ਤੁਹਾਨੂੰ ਜਿਹੜੀ ਕਰੇਗੀ ਉਹ ਵੀ ਤੁਹਾਡੀ ਸ਼ੁਕਰਾਨੇ 'ਚ ਬਦਲ ਜਾਏਗੀ। Every opportunity of obedience will become strengthen me Lord to obey you. ਔਰ ਹਰ ਉਹ ਸਥਿਤੀ ਜਿਹੜੀ ਜਿਹਦੇ ਅੰਦਰ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਉੱਤੇ ਜਿਹੜਾ ਹੈਗਾ ਚੱਲਣਾ ਹੈਗਾ, ਤੁਸੀਂ ਪਰਮੇਸ਼ਵਰ ਕੋਲੋਂ ਸ਼ਕਤੀ ਮੰਗੋਗੇ। Here Paul is saying prayer is more than the slot of prayer. ਇੱਥੇ ਪੌਲਸ ਕਹਿੰਦੇ ਪਏ ਕਿ ਪ੍ਰਾਰਥਨਾ ਸਿਰਫ ਇਹ ਨਹੀਂ ਹੈਗੀ ਕਿ ਸਵੇਰੇ ਜਿਹੜਾ ਹੈਗਾ ਕੁਝ ਸਮੇਂ ਬਿਤਾਤਾ ਤੁਸੀਂ ਪ੍ਰਾਰਥਨਾ 'ਚ। It should be the reflection of our hearts. ਇਹ ਜਿਹੜਾ ਹੈਗਾ ਪ੍ਰਕਾਸ਼ਿਤ ਕਰੇ ਸਾਡੇ ਦਿਲ ਦੀ ਕੀ ਦਸ਼ਾ ਹੈਗੀ ਹੈ। The aroma of our waking hours, as one poet has written. ਇੱਕ ਜਿਹੜਾ ਹੈਗਾ ਪੋਇਟ ਨੇ ਐਸਾ ਲਿਖਿਆ ਹੈ ਕਿ ਜਿੰਦੇ ਹੋਏ ਇਹ ਅੱਛੀ ਸੁਗੰਧ ਜਿਹੜੀ ਹੈਗੀ ਹੈ ਸਾਡੇ ਦਿਲ ਦੀ ਆਣੀ ਚਾਹੀਦੀ ਹੈ। You see, you cannot force yourself into unceasing prayer. ਤੁਸੀਂ ਆਪਣੇ ਆਪ ਨੂੰ ਜ਼ਬਰਦਸਤੀ ਜਿਹੜਾ ਹੈਗਾ ਨਿਰੰਤਰ ਪ੍ਰਾਰਥਨਾ 'ਚ ਲੱਗੇ ਨਹੀਂ ਰਹਿ ਸਕਦੇ। You can only grow into unceasing prayer ਤੁਸੀਂ ਜਿਹੜਾ ਹੈਗਾ ਵੱਧ ਸਕਦੇ ਹੈਗੇ ਹੋ ਕਿ ਵੀ ਨਿਰੰਤਰ ਪ੍ਰਾਰਥਨਾ 'ਚ ਲੱਗੇ by consciously bringing thanksgiving into our thinking and in our thoughts. ਜਾਣ ਬੂਝ ਕੇ ਜਿਹੜਾ ਹੈਗਾ ਆਪਣੀ ਸੋਚਾਂ ਨੂੰ ਸ਼ੁਕਰਾਨੇ ਤੇ ਲਗਾਓ। You see,
Prayer is all about discipline. ਪ੍ਰਾਰਥਨਾ ਜਿਹੜੀ ਹੈਗੀ ਹੈ ਅਨੁਸ਼ਾਸਨ ਹੈਗਾ ਸਾਰਾ। Disciplined prayer is required, it has its place, and unceasing prayer has its place. ਅਨੁਸ਼ਾਸਿਤ ਪ੍ਰਾਰਥਨਾ ਦੀ ਇੱਕ ਥਾਂ ਹੈਗੀ ਹੈ ਔਰ ਨਿਰੰਤਰ ਪ੍ਰਾਰਥਨਾ ਦੀ ਇੱਕ ਅਲੱਗ ਥਾਂ ਹੈਗੀ ਹੈ। After long hours of prayer, when Moses came out of the presence of God, there was the glory of God shining in his face. ਕਿ ਕਾਫੀ ਜ਼ਿਆਦਾ ਦੇ ਸਮੇਂ ਦੇ ਬਾਅਦ ਜਿਹੜਾ ਹੈਗਾ ਪਰਮੇਸ਼ਵਰ ਦੀ ਪ੍ਰਾਰਥਨਾ ਕਰਨ ਦੇ ਬਾਅਦ ਜਦੋਂ ਆਂਦਾ ਹੈਗਾ ਸੀ ਤੇ ਮੂਸਾ ਦਾ ਮੂੰਹ ਜਿਹੜਾ ਹੈਗਾ ਅਲੌਕਿਕ ਹੋ ਜਾਂਦਾ ਸੀ। That is somewhat like prayer and unceasing prayer. ਇਹ ਹੈਗਾ ਜਿਸ ਤਰ੍ਹਾਂ ਪ੍ਰਾਰਥਨਾ ਔਰ ਨਿਰੰਤਰ ਪ੍ਰਾਰਥਨਾ। Unceasing prayer comes out of disciplined prayer life. ਜਿਹੜੀ ਨਿਰੰਤਰ ਪ੍ਰਾਰਥਨਾ ਜਿਹੜੀ ਹੈਗੀ ਹੈ ਉਹ ਉਤਪੰਨ ਹੁੰਦੀ ਹੈਗੀ ਹੈ ਜਦੋਂ ਤੁਸੀਂ ਅਨੁਸ਼ਾਸਿਤ ਪ੍ਰਾਰਥਨਾ 'ਚ ਲੱਗੇ ਰਹਿੰਦੇ ਹੋ। Many of us start well. ਕਈ ਜਿਹੜਾ ਹੈਗਾ ਅਸੀਂ ਅੱਛਾ ਸ਼ੁਰੂ ਕਰਦੇ 1 hour prayer becomes half an hour. 1 ਘੰਟੇ ਦੀ ਪ੍ਰਾਰਥਨਾ ਅੱਧੇ ਘੰਟੇ ਦੀ ਰਹਿ ਜਾਂਦੀ ਹੈ Over some time. ਕੁਝ ਸਮੇਂ ਦੇ ਬਾਅਦ। Half an hour becomes 20 minutes. ਅੱਧੇ ਘੰਟੇ ਵਾਲੀ 20 ਮਿੰਟ ਰਹਿ ਜਾਂਦੀ ਹੈ। Then 15. ਫਿਰ 15, Then 10. ਫਿਰ 10, Then just some mumbling in the morning. ਫਿਰ ਉਹਦੇ ਬਾਅਦ ਸਿਰਫ ਕੁਝ ਗੁਰਗੁੜਾਣਾ ਕਹਿ ਰਹਿ ਜਾਂਦਾ ਸਵੇਰੇ। Just we give a glance at God sometimes. ਕਈ ਵਾਰ ਜਿਹੜਾ ਬਸ ਇੱਕ ਨਜ਼ਰ ਉਠਾ ਕੇ ਦੇਖਨੇ ਆ ਪਰਮੇਸ਼ਵਰ ਵੱਲ। You see, that is why when Martha was busy, God told about Mary and said, one thing which is important and Mary has chosen the right thing. ਜਦੋਂ ਮਾਰਥਾ ਜਿਹੜੀ ਹੈਗੀ ਵਿਅਸਤ ਹੈਗੀ ਸੀ ਘਰ ਦੇ ਕੰਮਾਂ ਦੇ ਉੱਤੇ ਤੇ ਪਰਮੇਸ਼ਰ ਨੇ ਉਹਨੂੰ ਇਹ ਕਿਹਾ ਹੈਗਾ ਸੀ ਕਿ ਮੈਰੀ ਨੇ ਉਹ ਚੀਜ਼ ਚੁਣ ਲਿੱਤੀ ਹੈਗੀ ਹੈ ਜਿਹੜੀ ਜ਼ਰੂਰੀ ਹੈ। We have to have a program of prayer, disciplined program of prayer every day. ਸਾਡੇ ਅੰਦਰ ਜਿਹੜਾ ਹੈਗਾ ਇੱਕ ਅਨੁਸ਼ਾਸਿਤ ਸਮੇਂ ਹੋਣਾ ਚਾਹੀਦਾ ਹੈਗਾ ਪ੍ਰਾਰਥਨਾ ਵਾਸਤੇ ਹਰ ਰੋਜ਼। And that slowly spills over into unceasing prayer. ਔਰ ਉਹ ਚੀਜ਼ ਜਿਹੜੀ ਹੈਗੀ ਹੈ ਧੀਰੇ ਧੀਰੇ ਜਿਹੜਾ ਹੈਗਾ ਆ ਜਾਂਦੀ ਹੈਗੀ ਹੈ ਨਿਰੰਤਰ ਪ੍ਰਾਰਥਨਾ ਦੇ ਅੰਦਰ। It becomes a natural thing to be connected with God. ਇਹ ਪ੍ਰਕਿਰਤਿਕ ਚੀਜ਼ ਹੋ ਜਾਂਦੀ ਹੈ ਸਾਨੂੰ ਕਿ ਵੀ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਰਹਿੰਦੇ ਹਾਂ। When you study the life of David, Daniel, Paul or Lord Jesus Christ, we see the same pattern. ਜਦੋਂ ਅਸੀਂ ਦਾਊਦ, ਦਾਨੀਅਲ, ਪੌਲਸ ਜਾਂ ਪ੍ਰਭੂ ਯਿਸੂ ਦੇ ਜੀਵਨ ਨੂੰ ਤੁਸੀਂ ਦੇਖਦੇ ਆ ਤੇ ਸਾਨੂੰ ਨਜ਼ਰ ਆਉਂਦਾ ਹੀ ਹੈ ਇਹ ਸਾਰੀਆਂ We ਚੀਜ਼ਾਂ। have seen 5 things about prayer that should be essential in the life of a Christian. ਅਸੀਂ 5 ਚੀਜ਼ਾਂ ਦੇਖੀਆਂ ਹੈਗੀਆਂ ਜੋ ਇੱਕ ਮਸੀਹੀ ਦੇ ਜੀਵਨ ਦੇ ਅੰਦਰ ਪ੍ਰਾਰਥਨਾ 'ਚ ਜ਼ਰੂਰੀ ਹੋਣੀਆਂ ਚਾਹੀਦੀਆਂ। We saw that it has to be persistent prayer. ਸਾਨੂੰ ਅਸੀਂ ਦੇਖਿਆ ਹੈਗਾ ਕਿ ਉਹ ਨਿਰੰਤਰ ਪ੍ਰਾਰਥਨਾ ਹੋਣੀ ਚਾਹੀਦੀ ਹੈ। Second, passionate prayer. ਤੀਵਰ ਇੱਛਾ ਦੇ ਨਾਲ। The third one, it has to, what is the third one? Sorry? Thanksgiving, full of thanksgiving. ਭਰੀ ਹੋਈ ਹੋਣੀ ਚਾਹੀਦੀ ਹੈ ਸ਼ੁਕਰਾਨਾ ਦੇ ਨਾਲ। Then the fourth one, ਚੌਥੀ intercession. Don't forget intercession. The fifth one, pray without ceasing. ਔਰ ਪੰਜਵੀਂ ਹੈਗੀ ਹੈ ਨਿਰੰਤਰ ਪ੍ਰਾਰਥਨਾ ਕਰਦੇ ਰਹਿਣਾ। So, in concluding, I want to say this. ਅੰਤ ਦੇ ਅੰਦਰ ਮੈਂ ਇਹ ਕਹਿਣਾ ਚਾਹੁੰਦਾ What happens when we start to have this consistent prayer life? ਜਦੋਂ ਅਸੀਂ ਇਹ ਨਿਰੰਤਰ ਪ੍ਰਾਰਥਨਾ ਦੇ ਅੰਦਰ ਲੱਗੇ ਰਹਿੰਦੇ ਹਾਂ ਤੇ ਕੀ ਹੁੰਦਾ ਹੈ? Prayer internalizes the burden. ਪ੍ਰਾਰਥਨਾ ਜਿਹੜੀ ਹੈਗੀ ਹੈ ਜੋ ਵੀ ਬੋਝ ਹੁੰਦਾ ਹੈਗਾ ਉਹਨੂੰ ਅੰਦਰ ਕਰ ਦਿੰਦਾ ਹੈਗਾ। It sorts of bring us into a joint ownership of the burden with God, in partnership with God. ਕਿ ਵੀ ਜਿੰਨੇ ਵੀ ਬੋਝ ਸਾਡੇ ਉੱਤੇ ਹੈਗੇ ਪਰਮੇਸ਼ਵਰ ਦੇ ਨਾਲ ਮਿਲ ਕੇ ਅਸੀਂ ਉਠਾਉਂਦੇ ਹਾਂ। You see, when Daniel in chapter 9 prayed about bringing back Judah from exile, it was like a partnership with God. ਜਦੋਂ ਦਾਨੀਅਲ ਨੇ ਨਵੇਂ ਅਧਿਆਇ ਦੇ ਅੰਦਰ ਪ੍ਰਾਰਥਨਾ ਕੀਤੀ ਕਿ ਵਾਪਸ ਇਜ਼ਰਾਈਲੀ ਲੋਕਾਂ ਨੂੰ ਆਪਣੇ ਦੇਸ਼ ਵਿੱਚ ਲੈ ਜਾਣ ਤੇ ਉਹ ਪਰਮੇਸ਼ਵਰ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹਨੇ ਬੋਝ ਉਠਾਇਆ। Prayer forces us to wait on the Lord. ਪ੍ਰਾਰਥਨਾ ਜਿਹੜਾ ਹੈਗਾ ਸਾਨੂੰ ਮਜਬੂਰ ਕਰ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਵਾਸਤੇ ਇੰਤਜ਼ਾਰ ਕਰੀਏ। As I said earlier, 3 possible answers from God: yes, no, wait. ਪਰਮੇਸ਼ਵਰ ਜਿਹੜਾ ਹੈਗਾ ਸਾਡੀ ਪ੍ਰਾਰਥਨਾ ਦੇ ਵਿੱਚ 3 ਉੱਤਰ ਦਿੰਦੇ ਹੈਗੇ, ਹਾਂ, ਨਾ ਜਾਂ ਇੰਤਜ਼ਾਰ ਕਰ। Yes and no is easy. ਹਾਂ ਜਾਂ ਨਾ ਆਸਾਨ ਹੈ But waiting is the tough part. ਲੇਕਿਨ ਇੰਤਜ਼ਾਰ ਕਰਨਾ ਜਿਹੜਾ ਹੈਗਾ ਮੁਸ਼ਕਿਲ ਕੰਮ ਹੈ। John MacArthur says this. ਜਾਨ ਮੈਕਾਰਥਰ ਨੇ ਇਸ ਤਰ੍ਹਾਂ ਕਿਹਾ There is a tension between boldness and waiting on God's will. ਕਿ ਇੱਕ ਜਿਹੜਾ ਹੈਗਾ ਖਿਚਾਵ ਹੈਗਾ ਬੋਲਡਨੈਸ ਔਰ ਪਰਮੇਸ਼ਵਰ ਦੀ ਇੰਤਜ਼ਾਰ ਦੇ ਉੱਤੇ। The tension is resolved by being persistent, he says. ਇਹ ਜਿਹੜਾ ਟੈਨਸ਼ਨ ਹੈਗੀ ਹੈ ਉਹ ਤਦੋਂ ਠੀਕ ਹੁੰਦੀ ਹੈਗੀ ਹੈ ਜਦੋਂ ਅਸੀਂ ਨਿਰੰਤਰ ਪ੍ਰਾਰਥਨਾ 'ਚ ਲੱਗੇ ਰਹਿੰਦੇ ਹਾਂ। When we are persistent in prayer, this tension is resolved. ਜਦੋਂ ਅਸੀਂ ਨਿਰੰਤਰ ਪ੍ਰਾਰਥਨਾ 'ਚ ਲੱਗੇ ਰਹਿੰਦੇ ਹੈਗੇ ਹਾਂ ਤੇ ਇਹ ਜਿਹੜੀ ਚੀਜ਼ ਹੈਗੀ ਹੈ ਇਹ
ਸੁਲਝ ਜਾਂਦੀ ਹੈ। But we have to be open to God's answer when He answers. ਲੇਕਿਨ ਜਦੋਂ ਵੀ ਪਰਮੇਸ਼ਵਰ ਉੱਤਰ ਦਿੰਦੇ ਹੈਗੇ ਪ੍ਰਾਰਥਨਾ ਦਾ, ਉਸ ਉੱਤਰ ਦੇ ਵਾਸਤੇ ਸਾਨੂੰ ਸਵੀਕਾਰ ਹੋਣਾ ਚਾਹੀਦਾ। We should not be frustrated that God does not fit our schedule. ਸਾਨੂੰ ਇਸ ਚੀਜ਼ ਦਾ ਜਿਹੜਾ ਹੈਗਾ ਫਰਸਟ੍ਰੇਸ਼ਨ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਵਰ ਸਾਡੀ ਗੱਲਾਂ ਦੇ ਅਨੁਸਾਰ ਨਹੀਂ ਚੱਲਦੇ। Prayer forces us to get on to God's schedule. ਸਾਨੂੰ ਜਿਹੜਾ ਹੈਗਾ ਪ੍ਰਾਰਥਨਾ ਮਜਬੂਰ ਕਰ ਦਿੰਦਾ ਹੈਗਾ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਣਾ ਸ਼ੁਰੂ ਕਰਦੇ ਹਾਂ। The third thing prayer does is opens our spiritual eyes. ਤੀਜੀ ਚੀਜ਼ ਜਿਹੜੀ ਪ੍ਰਾਰਥਨਾ ਕਰਦੀ ਹੈ, ਸਾਡੀ ਰੂਹਾਨੀ ਅੱਖਾਂ ਖੋਲਦਾ ਹੈ। It enables us to get in touch with God, with what God is doing and how He is doing it. ਇਹ ਸਾਨੂੰ ਜਿਹੜਾ ਹੈਗਾ ਦਰਸਾਉਂਦਾ ਹੈਗਾ ਕਿ ਪਰਮੇਸ਼ਵਰ ਕੀ ਕਰਦੇ ਪਏ ਔਰ ਕਿਸ ਤਰ੍ਹਾਂ ਕਰਦੇ ਪਏ। In 2 Kings 6 there is a story of Elijah and his servant. ਦੂਜੇ ਰਾਜਾ 6 ਦੇ ਅੰਦਰ ਇੱਕ ਕਹਾਣੀ ਹੈਗੀ ਹੈ ਇਲਾਈਜਾ ਦੇ ਬਾਰੇ 'ਚ। 15 to 17 verses. 15 ਤੋਂ 17 ਵਰਸ ਦੇ ਅੰਦਰ ਲਿਖਿਆ ਹੈ You see, there was a big army surrounding the army of Israel. ਕਿ ਇਜ਼ਰਾਈਲ ਦੇ ਆਲੇ ਦੁਆਲੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਜਿਹੜੀ ਆਰਮੀ ਨੇ ਘਰ ਕਰ ਲਿੱਤਾ ਸੀ। And his servant said, "Oh my master, what shall we do?" ਕਿ ਉਹਦੇ ਦਾਸ ਨੇ ਕਿਹਾ ਕਿ ਪ੍ਰਭੂ ਕੀ ਕਰੀਏ ਅਸੀਂ। But what did Elisha tell him? ਇਲਾਈਸ਼ਾ ਨੇ ਕੀ ਕਿਹਾ ਉਹਨੂੰ? Do not fear, for those who are with us are more than those who are with them. उसने कहा मत डर, क्योंकि जो हमारी ओर हैं वह उनसे अधिक हैं जो उनकी ओर हैं। Then Elijah prayed and said, "O Lord, I pray, open his eyes that he may see." And the Lord opened the servant's eyes, and he saw, and behold, the mountain was full of horses and the chariots of fire all around Elisha. तब इलाइशा ने यह प्रार्थना की कि हे यहोवा, इसकी आंखें खोल दे कि यह देख सके। तब यहोवा ने सेवक की आंखें खोल दी, और जब वह देख सका तब क्या देखा कि एलीशा के चारों ओर का पहाड़ अगमन्य घोड़ों और रथों से भरा हुआ है। Prayer opens our eyes, प्रार्थना साडी अखां खोल दिंदियां, enabling us to see what God is doing, ਸਾਨੂੰ ਜਿਹੜਾ ਹੈਗਾ ਦਿਖਾਉਂਦਾ ਹੈਗਾ ਕਿ ਪਰਮੇਸ਼ਵਰ ਕੀ ਕਰਦੇ ਪਏ। to see things which we were blinded without prayer. ਉਹ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਜਿਨ੍ਹਾਂ ਤੋਂ ਅਸੀਂ ਅੰਨੇ ਹੋਏ ਪਏ ਸੀ ਪਹਿਲਾਂ। When we speak to God, God answers us and shows us what he is doing. ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਪ੍ਰਾਰਥਨਾ ਕਰਨੇ ਹੈਗੇ ਤੇ ਉਹ ਸਾਨੂੰ ਉੱਤਰ ਦਿੰਦੇ ਔਰ ਦਿਖਾਉਂਦੇ ਨੇ ਕਿ ਉਹ ਕੀ ਕਰਦੇ ਪਏ। The fourth thing prayer does, the very important thing, it aligns our heart with God's heart. ਚੌਥੀ ਚੀਜ਼ ਜਿਹੜੀ ਬਹੁਤ ਮਹੱਤਵਪੂਰਨ ਹੈਗੀ ਹੈ ਜੋ ਪ੍ਰਾਰਥਨਾ ਕਰਦੀ ਹੈ, ਉਹ ਇਹ ਕਰਦੀ ਹੈ ਕਿ ਸਾਡੇ ਦਿਲ ਦੀਆਂ ਇੱਛਾਵਾਂ ਪਰਮੇਸ਼ਵਰ ਦੀ ਇੱਛਾ ਦੇ ਨਾਲ ਮਿਲਾ ਦਿੰਦੀ ਹੈ। Waiting on the Lord enables us to wait patiently before God. ਔਰ ਪ੍ਰਾਰਥਨਾ ਦਾ ਉੱਤਰ ਦਾ ਇੰਤਜ਼ਾਰ ਕਰਦੇ ਹੋਏ ਜਿਹੜਾ ਹੈਗਾ ਸਾਨੂੰ ਇੰਤਜ਼ਾਰ ਕਰਨਾ ਆਉਂਦਾ ਹੈਗਾ ਪਰਮੇਸ਼ਵਰ ਦੇ ਉੱਤਰ ਦਾ। The fifth thing prayer does is it enables us to move forward. ਪ੍ਰਾਰਥਨਾ ਜਿਹੜਾ ਹੈਗਾ ਸਾਨੂੰ ਸਾਮਰਥ ਦਿੰਦਾ ਹੈ ਕਿ ਅਸੀਂ ਅੱਗੇ ਚੱਲੀਏ। Lord Jesus has said, without me you can do nothing. ਪ੍ਰਭੂ ਯਿਸੂ ਨੇ ਕਿਹਾ ਹੈ ਕਿ ਮੇਰੇ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। Once we have prayed, we are ready to do anything. ਇੱਕ ਵਾਰ ਅਸੀਂ ਪ੍ਰਾਰਥਨਾ ਕਰ ਦਿੱਤੀ, ਅਸੀਂ ਤਿਆਰ ਹੋ ਗਏ ਹਾਂ ਕੁਝ ਵੀ ਕਰਨ ਨੂੰ। Until we have prayed, we can do nothing. ਜਦ ਤੱਕ ਅਸੀਂ ਪ੍ਰਾਰਥਨਾ ਨਹੀਂ ਕੀਤੀ ਕੁਝ ਨਹੀਂ ਕਰ ਸਕਦੇ। F.B. Meyer in one of his books said like this. F.B. ਮਾਇਰ ਨੇ ਆਪਣੀ ਕਿਤਾਬਾਂ ਦੇ ਅੰਦਰ ਇੱਕ ਕਿਤਾਬ 'ਚ ਇਸ ਤਰ੍ਹਾਂ ਲਿਖਿਆ, The greatest tragedy in life is not unanswered prayer. ਆਪਣੇ ਜੀਵਨ ਦੇ ਅੰਦਰ ਸਭ ਤੋਂ ਬੁਰੀ ਟ੍ਰੈਜੇਡੀ ਇਹ ਨਹੀਂ ਹੈਗੀ ਕਿ ਪ੍ਰਾਰਥਨਾ ਦਾ ਉੱਤਰ ਨਹੀਂ ਮਿਲਿਆ। The greatest tragedy is unoffered prayer. ਸਭ ਤੋਂ ਵੱਡੀ ਟ੍ਰੈਜੇਡੀ ਇਹ ਹੈਗੀ ਹੈ ਕਿ ਅਸੀਂ ਪ੍ਰਾਰਥਨਾ ਕੀਤੀ ਹੀ ਨਹੀਂ। What does prayer life look in your life? ਪ੍ਰਾਰਥਨਾ ਦਾ ਜੀਵਨ ਤੁਹਾਡੇ ਆਪਣਾ ਜੀਵਨ ਦੇ ਅੰਦਰ ਕਿਸ ਤਰ੍ਹਾਂ ਹੈਗਾ? Are you persistent in prayer? ਕਿ ਤੁਸੀਂ ਲਗਾਤਾਰ ਲੱਗੇ ਹੋਏ ਹੋ ਪ੍ਰਾਰਥਨਾ 'ਚ? Are you passionate in prayer? ਕਿ ਤੁਹਾਡੇ ਅੰਦਰ ਤੀਵਰ ਇੱਛਾ ਹੈ ਪ੍ਰਾਰਥਨਾ ਦੀ? Are they filled with intercession for others? ਕਿ ਦੂਜਿਆਂ ਵਾਸਤੇ ਵੀ ਪ੍ਰਾਰਥਨਾ ਭਰੀਆਂ ਹੋਈਆਂ ਤੁਹਾਡੇ ਅੰਦਰ? What about gratitude? What about thanksgiving? ਸ਼ੁਕਰਾਨਾ ਕਿਸ ਤਰ੍ਹਾਂ ਹੈਗਾ ਤੁਹਾਡਾ ਦਿਲ ਦਾ? You see, when we put all these elements in prayer, ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਪ੍ਰਾਰਥਨਾ ਦੇ ਅੰਦਰ ਪਾ ਦਿੰਨੇ ਆ, God will change many things around us. ਪਰਮੇਸ਼ਵਰ ਬੜੀਆਂ ਚੀਜ਼ਾਂ ਪਰਿਵਰਤਨ ਕਰਨਗੇ ਸਾਡੇ ਆਲੇ ਦੁਆਲੇ। But the one great job he will do is change us. ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਸਾਨੂੰ ਬਦਲਣਗੇ। He will align us to his life. ਉਹ ਸਾਨੂੰ ਜਿਹੜਾ ਹੈਗਾ ਲਗਾ ਦੇਣਗੇ ਲਾਈਨ ਦੇ ਅੰਦਰ ਆਪਣੇ ਇੱਛਾਵਾਂ ਦੇ ਅਨੁਸਾਰ। So I request you today, ਮੈਂ ਪ੍ਰਾਰਥਨਾ ਕਰਨਾ, if you have not reset, if you have not had, you don't have a prayer life, it is time to have a disciplined prayer life. ਜੇ ਤੁਸੀਂ ਜਿਹੜਾ ਹੈਗਾ ਪ੍ਰਾਰਥਨਾ ਨਹੀਂ ਕਰਦੇ ਹੈਗੇ ਆਪਣੇ ਜੀਵਨ ਦੇ ਅੰਦਰ, ਤੇ ਇਹ ਸਮੇਂ ਹੈਗਾ ਕਿ ਤੁਸੀਂ ਅਨੁਸ਼ਾਸਿਤ ਰੂਪ ਨਾਲ ਜਿਹੜਾ ਪ੍ਰਾਰਥਨਾ ਕਰੋ। Start with a time. ਇੱਕ ਸਮੇਂ ਜਿਹੜਾ ਨਿਰਧਾਰਿਤ ਕਰ ਦਿਓ। Do everything in your in strength possible and ask God to strengthen you to keep that time with God.
ਪੂਰੀ ਤਰ੍ਹਾਂ ਕੋਸ਼ਿਸ਼ ਕਰੋ ਔਰ ਪ੍ਰਾਰਥਨਾ ਵੀ ਕਰੋ ਪਰਮੇਸ਼ਵਰ ਨੂੰ ਕਿ ਉਸ ਸਮੇਂ ਅੰਦਰ ਜਿਹੜਾ ਤੁਸੀਂ ਸਿਰਫ ਪ੍ਰਾਰਥਨਾ ਹੀ ਕਰੋ। I guarantee you, whatever time you choose, that is the time when you will get phone calls, when you will get calls from your office, when you will get all sorts of things will happen in that time. ਮੈਂ ਇਸ ਚੀਜ਼ ਦੀ ਤੁਹਾਨੂੰ ਗਾਰੰਟੀ ਦਿੰਦਾ ਕਿ ਜੋ ਵੀ ਸਮੇਂ ਨਿਰਧਾਰਿਤ ਕਰੋਗੇ ਉਸ ਸਮੇਂ ਤੁਹਾਨੂੰ ਹੋਰ ਬੜੀਆਂ ਬਾਧਾਵਾਂ ਆਉਣਗੀਆਂ। That is the proof that you are on the right track. ਇਹ ਜਿਹੜਾ ਹੈਗਾ ਪ੍ਰੂਫ ਹੈਗਾ ਕਿ ਤੁਸੀਂ ਸਹੀ ਰਾਹ ਦੇ ਉੱਤੇ ਚੱਲਦੇ ਪਏ ਹੋ। Overcome that. ਉਸ ਚੀਜ਼ ਨੂੰ ਜਿੱਤ ਪਾਓ, Be persistent. ਪਿੱਛੇ ਲੱਗੇ ਰਹੋ, Stick to the time. ਉਸ ਸਮੇਂ ਤੇ ਲੱਗੇ ਰਹੋ ਤੁਸੀਂ, Stick to the discipline. ਕਿ ਅਨੁਸ਼ਾਸਨ ਤੇ ਲੱਗੇ ਰਹੋ। Have thanksgiving in all things. ਆਪਣੇ ਦਿਲ ਨੂੰ ਜਿਹੜਾ ਹੈਗਾ ਸ਼ੁਕਰਾਨਾ ਚ ਲਗਾਏ ਰੱਖੋ ਹਰ ਇੱਕ ਚੀਜ਼ਾਂ ਦੇ ਅੰਦਰ। Many, opportunities to complain, but every opportunity to complain is also an opportunity to give thanks. ਬੜੀਆਂ ਚੀਜ਼ਾਂ ਆਉਣਗੀਆਂ, ਸਿਚੁਏਸ਼ਨ ਆਉਣਗੀਆਂ ਕਿ ਜਿਹਦੇ ਅੰਦਰ ਤੁਸੀਂ ਗਿੜਗੜਾ ਸਕੋ, ਲੇਕਿਨ ਹਰ ਇੱਕ ਉਸ ਸਥਿਤੀ ਦੇ ਅੰਦਰ ਤੁਸੀਂ ਸ਼ੁਕਰੀਆ ਵੀ ਕਰ ਸਕਦੇ ਹੋ। Start to see God's hand in everything. ਸ਼ੁਰੂਆਤ ਕਰੋ, ਤੁਸੀਂ ਦੇਖੋ ਕਿ ਪਰਮੇਸ਼ਵਰ ਦਾ ਹੱਥ ਹਰ ਇੱਕ ਚੀਜ਼ ਦੇ ਅੰਦਰ ਹੈ। Like Elisha's servant asked God to open your eyes that you can see what God is doing around us. ਐਲਾਈਸ਼ਾ ਦੇ ਸੇਵਕ ਵਾਕਨ ਤੁਸੀਂ ਵੀ ਜਿਹੜਾ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਮੇਰੀਆਂ ਅੱਖਾਂ ਖੋਲੋ ਕਿ ਮੈਂ ਦੇਖ ਸਕਾਂ ਕਿ ਤੁਹਾਡਾ ਹੱਥ ਕਿੱਥੇ ਕਿੱਥੇ ਹੈ। It is time to not to just remain a Christian without, without the power behind the faith. ਇਸ ਵੇਲੇ ਜਿਹੜਾ ਹੈਗਾ ਸਮੇਂ ਹੈਗਾ ਕਿ ਤੁਸੀਂ ਸਿਰਫ ਮਸੀਹ ਜਿਹੜਾ ਹੈਗਾ ਬਿਨਾਂ ਉਸ ਸਾਮਰਥ ਦੇ ਜੋ ਵਿਸ਼ਵਾਸ ਦੇ ਨਾਲ ਆਉਂਦਾ ਹੈਗਾ। The Bible calls such people clouds without water. ਬਾਈਬਲ ਦੇ ਅੰਦਰ ਇਸ ਤਰ੍ਹਾਂ ਲਿਖਿਆ ਕਿ ਇਹ ਉਹ ਬੱਦਲ ਹੈਗੇ ਜਿਨ੍ਹਾਂ ਅੰਦਰ ਪਾਣੀ ਨਹੀਂ ਹੈਗਾ। Lot of clouds but no rain. ਬੜੇ ਢੇਰ ਸਾਰੇ ਜਿਹੜਾ ਹੈਗਾ ਬੱਦਲ ਹੈਗੇ ਲੇਕਿਨ ਕੋਈ ਬਾਰਿਸ਼ ਨਹੀਂ। But you have been called to bring the showers of blessing to the people around you. ਲੇਕਿਨ ਤੁਹਾਨੂੰ ਜਿਹੜਾ ਹੈਗਾ ਬੁਲਾਇਆ ਗਿਆ ਹੈਗਾ ਕਿ ਤੁਸੀਂ ਜਿਹੜੇ ਕਿ ਬੜੀਆਂ ਢੇਰ ਸਾਰੀਆਂ ਆਸ਼ੀਸ਼ਾਂ ਦੀ ਬਾਰਿਸ਼ ਲੋਕਾਂ ਦੇ ਉੱਤੇ ਕਰੋ। But if we don't pray, ਜੇ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ, if we don't have a fixed time for prayer, ਜੇ ਤੁਸੀਂ ਇੱਕ ਸਮੇਂ ਨਿਰਧਾਰਿਤ ਨਹੀਂ ਕੀਤਾ ਹੋਇਆ ਪ੍ਰਾਰਥਨਾ ਵਾਸਤੇ, if we don't have a fixed time to read God's word, ਜੇ ਤੁਸੀਂ ਸਮੇਂ ਨਿਰਧਾਰਿਤ ਨਹੀਂ ਕੀਤਾ ਪਰਮੇਸ਼ਵਰ ਦਾ ਵਚਨ ਪੜ੍ਹਨ ਵਾਸਤੇ, we are like a kite which is cut off. ਅਸੀਂ ਉਸ ਤਰ੍ਹਾਂ ਹੈਗੇ ਹਾਂ ਜਿਸ ਤਰ੍ਹਾਂ ਇੱਕ ਪਤੰਗ ਕੱਟ ਗਈ ਹੈਗੀ ਹੈ। Whichever way the wind blows, we will be blowing. ਜਿੱਥੇ ਵੀ ਹਵਾ ਜਾਂਦੀ ਪਈ ਹੈ ਉੱਥੇ ਹੀ ਅਸੀਂ ਉਡਾਏ ਜਾਵਾਂਗੇ। Prayer is the anchor ਪ੍ਰਾਰਥਨਾ ਜਿਹੜੀ ਹੈਗੀ ਹੈ ਸਾਨੂੰ ਰੋਕ ਕੇ ਰੱਖਦੀ ਇੱਕ ਜਗ੍ਹਾ ਤੇ, which anchors us to the anchor that is Lord Jesus Christ. ਉਹ ਸਾਨੂੰ ਜਿਹੜਾ ਹੈਗਾ ਬਣਾਏ ਰੱਖਦੀ ਹੈਗੀ ਹੈ ਪ੍ਰਭੂ ਯਿਸੂ ਦੇ ਅੰਦਰ। So I commit this into your hands. ਮੈਂ ਤੁਹਾਡੇ ਹੱਥਾਂ 'ਚ ਦੇਣਾ। Repent if you have not had a fixed time of prayer. ਮਨ ਫਿਰਾਓ ਜੇ ਤੁਸੀਂ ਕੋਈ ਸਮੇਂ ਨਿਰਧਾਰਿਤ ਨਹੀਂ ਕੀਤਾ ਹੋਇਆ ਪ੍ਰਾਰਥਨਾ ਦਾ। Set the discipline. ਅਨੁਸ਼ਾਸਨ ਨੂੰ ਲਗਾਓ ਸਹੀ ਤਰ੍ਹਾਂ। I am not saying all your prayers will be answered right away. ਮੈਂ ਨਹੀਂ ਕਹਿ ਰਿਹਾ ਕਿ ਤੁਹਾਡੀ ਸਾਰੀਆਂ ਪ੍ਰਾਰਥਨਾਵਾਂ ਦਾ ਉੱਤਰ ਮਿਲ ਜਾਏਗਾ। Because when you start to pray, God arranges different things around you before the answer comes sometimes. ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਸ਼ੁਰੂ ਕਰਦੇ ਹੈਗੇ ਤਾਂ ਪਰਮੇਸ਼ਵਰ ਨੂੰ ਤੁਹਾਡੇ ਆਲੇ ਦੁਆਲੇ ਚੀਜ਼ਾਂ ਨੂੰ ਬਦਲਣਾ ਪੈਂਦਾ ਹੈਗਾ ਇਹ ਤੋਂ ਪਹਿਲਾਂ ਕਿ ਤੁਹਾਨੂੰ ਉੱਤਰ ਮਿਲੇ। He is the boss. ਉਹ ਸਭ ਤੋਂ ਉੱਪਰ ਹੈਗੇ ਨੇ। He commands and he rules everything. ਉਹ ਸਭ ਚੀਜ਼ਾਂ ਦੇ ਜ਼ਿਆਦਾ ਆਦੇਸ਼ ਦਿੰਦੇ ਹੈਗੇ ਆ। Psalm 115 it says that he will do whatever he wants. ਭਜਨ ਸੰਹਿਤਾ 115 ਚ ਲਿਖਿਆ ਹੈਗਾ ਕਿ ਜੋ ਉਹਨਾਂ ਦੀ ਇੱਛਾ ਹੁੰਦੀ ਹੈ ਉਹੀ ਕਰਦੇ ਨੇ। We can only align to him. ਅਸੀਂ ਜਿਹੜਾ ਹੈਗਾ ਉਹਨਾਂ ਦੇ ਵਚਨ ਦੇ ਅਨੁਸਾਰ ਚੱਲ ਸਕਦੇ ਹੈਗੇ। Let's bow our head, close our eyes. Speak to God about your prayer life. If you don't have a prayer life, it is time to repent and set one. God wants to meet with you one-on-one. There is a time for personal prayer, there is a time for pray without ceasing, there is a time for family prayer. All these elements should be present in a Christian's life. Above all, thanksgiving. You see, when Paul was in prison in Acts 16, what did they do? They didn't complain about the chains cutting into their hands or legs. They were singing praises to God. Whatever be the situation, even if gas goes up now to $2, your mortgage rate is high, whatever happens in life, yes, things happen, but still God is on the throne. Still God is in control. We have to live a thankful life. Thank you, Lord Jesus. We thank you for all your blessings. We thank you for this call, a reminder of prayer life, Lord. I pray for every one of us here. Help us, Lord, to have the discipline. Help us to have a fixed time of prayer.
Help us, Lord, to live a life of thanksgiving and praise. Help us to rejoice evermore. In everything give thanks. Pray without ceasing. Lord, every commandment help us to fulfill, Lord Jesus. We pray and I pray and commit everyone here into your hands. I pray, Lord, bring that revival, the sense of responsibility, the sense of prayer, the spirit of prayer in each one of our lives, that we will be useful for your kingdom. We thank you, Father. I commit and bless everyone here into your hands. In the name of our Lord Jesus, I pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.